ਹਾਫਜੀਆਂ ਦਾ ਇੱਕ ਮੋੜ ਇੱਕ ਬਾਂਹ ਮੈਂ ਇੱਥੇ ਰੱਖਦਾ ਹਾਂ ਇੱਥੇ ਚਾਚੇ ਹਰਾਂ ਦੀ ਤੇ ਇਹ ਮੈਂ ਕੱਛ ਹੱਥ 'ਚ ਰੱਖਦਾ ਹਾਂ ਤੇ ਮੈਂ ਲੈ ਕੇ ਮੈਂ ਚਾਚੇ ਨੂੰ ਦੌੜੀ ਜਾਂਦਾ ਹਾਂ ਹਲਾ ਤੇਰੀ ਯਾਰੀ ਚਾਚਾ ਨਹਾਉਣਾ ਕਿਹੜੀ ਬਲਾਂਦ ਪੈ ਗਿਆ। ਹਾਂਜੀ ਹਾਫਜੀ ਕਸਮ ਅੱਲਾ ਦੀ ਡਰਿਆ ਨਹੀਂ ਪਤਾ ਨਹੀਂ ਰੱਬ ਵੱਲੋਂ ਮਾਂ ਪਿਓ ਦੀਆਂ ਦੁਆਵਾਂ ਹਨ। ਕੋਈ ਡਰ ਖਤਰਾ ਨਹੀਂ ਹੈ, ਕੋਈ ਡਰਨਾ ਨਹੀਂ ਹੈ, ਕੋਈ मैं बातें बड़ी जबरदस्त एक शेर मैं सुनाना चाहना जानदी यार। हाँ सुनाओ। हम निकले थे बाहर का ख्वाब लेकर, हम निकले थे बाहर का ख्वाब लेकर, हमें क्या पता था कि बाहर जाकर हमारा घर जाना ही ख्वाब बन जाएगा। खलोती बाबा लकड़ियां बनदा ही पिया। अच्छा ओदा कुत्ता ही ते मैं उत्थे जाके भुखा हां, मैं किन्ने दिनां दा मैं हुण अक्की आहां फुੱਲ जीप दे कोल गया वां ते ओदा कुत्ता आया आके मैनूं साइडां सिंगल लग पिया। मैं चुप करके खलोता रहा। बाबा आया, मैं बाबे ने मैं फूड उन्हें आख्या जे अगर तेरी टिकट नहीं है ये तो तू अपनी असल उम्र ले। मैं हूँ जे मैं अपनी उम्र लिखी ज्यादा तो मैं तो फस जाना। अच्छा मैं अपनी उम्र जी हाफजी उत्ते 16 साल लिखी। उन्हें एक बंद गड्डी दे विच बिठा के ना मैनूं ओह थाने लै गए ने। सलवीनिया विच ही? हाँ जी सलवीनिया दे विच। ओह मैनूं थाने लै गए ने। थाने जाके ते जी नाज़रीन अस्सलाम वालेकुम दोस्तों, मैं हाफज साहब तुहाडी खिदमत दे विच दोबारा हाज़र हो गए हैं। ते दोस्तों मैनूं दसो पहले जो वीडियो अपलोड की वो कैसी लगी है, मेरी खामियां खूबियां दसो, स्टोरी दे मामलात बारे दसो। अगों मैनूं उम्मीद है मैनूं तुहानूं वीडियो स्टोरी मेरी अच्छी लगी पसंद आई होएगी ते अगों ते उमर भाई माशाल्लाह दोस्तां ने काफ़ी तुहाडी स्टोरी पसंद की है। कह रहे थे कि यार शुक्र है कोई तो सियालकोट वाला बंदा जिहड़ा ना वो साडे सामने आया अपनी स्टोरी सुना रहा है। ਤੇ ਉਸ ਤੋਂ ਬਾਅਦ ਤੁਹਾਡਾ ਅੰਦਾਜ਼ ਵੀ ਮਾਸ਼ਾਅੱਲਾ ਬੜਾ ਪਿਆਰਾ ਸੀ ਗੱਲ ਕਰਨ ਦਾ, ਇੱਕ ਫਨੀ ਟਾਈਪ ਵੀ ਸੀ ਤੇ ਇੱਕ ਤੁਹਾਡੇ ਅੰਦਾਜ਼ ਦੇ ਵਿੱਚ ਬੜਾ ਇੱਕ ਨਾ ਇੱਕ ਤਸਲਸਲ ਸੀ, ਬੰਦੇ ਬੜੀ ਦਿਲਚਸਪੀ ਨਾਲ ਸੁਣ ਰਹੇ ਸਨ। ਹਾਂਜੀ ਦੋਸਤੋ ਅੱਜ ਤੁਹਾਨੂੰ ਅਸੀਂ ਬੋਸਨੀਆ ਤੋਂ ਇਟਲੀ ਦੀ ਸਟੋਰੀ ਆਪਣੀ ਸੁਣਾਵਾਂਗੇ। ਅੱਛਾ ਤੇ ਉਮਰ ਭਈ ਜਿਹੜੀ ਦੁਬਾਰਾ ਤੁਸੀਂ ਫਿਰ ਡੈਂਕੀ ਲਾਈ ਸੀ ਉਹ ਬਾਅਦ ਵਿੱਚ ਤਫਸੀਲੀ ਵੀਡੀਓ ਬਣਾ ਲਵਾਂਗੇ। ਜਸਟ ਟ੍ਰਾਇਲ ਵੀਡੀਓ ਬਣਾ ਲਈ ਜਾਵਾਂਗੇ ਜਨਾਬ। ਇਹ ਅਸੀਂ ਦੂਸਰਾ ਜਿਹੜਾ ਉਹ ਟ੍ਰੇਲਰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਉਮਰ ਭਈ ਕਿਸ ਨਾਲ ਜਿਹੜਾ ਨਾ ਉਹ ਇਹਨਾਂ ਨੇ ਬੋਸਨੀਆ ਦਾ ਸਫ਼ਰ ਇਟਲੀ ਤੱਕ ਕੀਤਾ, ਕਿਉਂਕਿ ਇਹਨਾਂ ਦਾ ਸਫ਼ਰ ਜ਼ਰਾ ਬੜਾ ਥੋੜਾ ਜਿਹਾ ਨਾ ਇਹ ਪਰੇਸ਼ਾਨ ਕੁਨ ਸੀ। ਤੇ ਮੈਂ ਕਿਹਾ ਚਲੋ ਪਹਿਲੇ ਨਾ ਇਹ ਦੋ ਟ੍ਰੇਲਰ ਬਣਾਉਂਦੇ ਆ ਤੇ ਜਿਸ ਤਰ੍ਹਾਂ ਫਿਰ ਨਾਜ਼ਰੀਨ ਨੇ ਕਿਹਾ ਕਿ ਜਨਾਬ ਬਿਲਕੁਲ ਉਮਰ ਭਾਈ ਦੀ ਸਟੋਰੀ ਆਣੀ ਚਾਹੀਦੀ ਹੈ। ਤੇ ਬਹੁਤ ਸ਼ੁਕਰੀਆ, ਥੈਂਕ ਯੂ, ਤੁਸੀਂ ਆਪਣੀ ਮੁਹੱਬਤਾਂ ਦਾ ਇਜ਼ਹਾਰ ਕੀਤਾ ਹੈ ਔਰ ਜਿਹੜੀ ਉਹ ਸਟੋਰੀ ਉਮਰ ਭਾਈ ਨੂੰ ਤੁਸੀਂ ਪਸੰਦ ਕੀਤਾ, ਲਾਈਕ ਕੀਤਾ, ਇਹਨਾਂ ਨੂੰ ਟਿਕਟੌਕ ਤੇ ਵੀ ਤੁਸੀਂ ਉਹ ਕੀਤਾ ਹੈ। ਤੇ ਉਮਰ ਭਾਈ ਕਹਿ ਰਹੇ ਸਨ ਕਿ ਮਾਸ਼ਾਅੱਲਾ ਆਪ ਸਭ ਬੜੇ ਜਿਹੜੇ ਨਾ ਫਾਲੋਅਰ ਵੱਧ ਰਹੇ ਨੇ ਤੇ ਬਹੁਤ ਸ਼ੁਕਰੀਆ, ਥੈਂਕ ਯੂ, ਤੁਸੀਂ ਵੀ ਕਹਿ ਲਓ। ਥੈਂਕ ਯੂ ਮੇਰੇ ਸਭ ਦੋਸਤਾਂ ਨੂੰ ਜਿਨ੍ਹਾਂ ਮੇਰੇ ਦੋਸਤਾਂ ਨੇ ਵੀਡੀਓ ਨੂੰ ਵੇਖਿਆ, ਵੀਡੀਓ ਨੂੰ ਟਿਕਟੌਕ ਤੇ ਵੀ ਜਿਨ੍ਹਾਂ ਤੁਹਾਨੂੰ ਫਾਲੋ ਕੀਤਾ ਉਹਨਾਂ ਨੇ ਮੈਂ ਦਿਲ ਦੀ ਗਹਿਰਾਈਆਂ ਦੇ ਨਾਲ ਮੈਂ ਸ਼ੁਕਰੀਆ ਅਦਾ ਕਰਨਾ। ਹਾਂਜੀ ਤੇ ਉਮਰ ਭਾਈ ਅੱਜ ਤੁਹਾਡੀ ਸਟੋਰੀ ਅਸੀਂ ਸ਼ੁਰੂ ਕਰਦੇ ਹਾਂ ਕਿ ਤੁਸੀਂ ਬੋਸਨੀਆ ਜਿਹੜਾ ਸੀ ਉਹ ਪਹੁੰਚ ਗਿਆ ਸੀ ਤੇ ਉਸ ਤੋਂ ਬਾਅਦ ਤੁਹਾਡਾ ਬੋਸਨੀਆ ਤੋਂ ਇਟਲੀ ਦਾ ਸਫ਼ਰ ਜਿਹੜਾ ਉਹਦੇ ਬਾਰੇ ਕੋਈ ਦੱਸੋ। ਹਾਂਜੀ ਹਾਫਜ਼ ਜੀ ਅੱਜ ਸਟੋਰੀ ਸ਼ੁਰੂ ਕਰਾਂਗੇ ਬੋਸਨੀਆ ਤੋਂ ਇਟਲੀ ਦੀ। ਅੱਛਾ ਮੈਂ ਬੋਸਨੀਆ ਕੈਂਪ ਦੇ ਵਿੱਚ ਹਾਫਜ਼ ਜੀ ਪੰਜਾਬੀ ਦੇ ਵਿੱਚ ਸ਼ੁਰੂ ਕਰਨੇ ਆ, ਉਰਦੂ ਹਾਂ ਸਹੀ ਹੈ ਸਿਆਲਕੋਟ ਆਪਣਾ ਪੂਰਾ ਸਿਆਲਕੋਟੀ ਲਹਿਜਾ ਬਣਾ ਲਓ, ਬੜਾ ਸਿਆਲਕੋਟੀ ਲਹਿਜਾ ਬਣਾ ਲਾਂਗੇ ਅੱਜ। ਹਾਂਜੀ ਹਾਫਜ਼ ਜੀ ਬੋਸਨੀਆ ਦੇ ਵਿੱਚ ਮੈਂ ਵਲੀਕਾ ਕਲਾਦੂਸ਼ਾ ਦੇ ਵਿੱਚ ਰਹਿੰਦਾ ਸਾਂ। ਅੱਛਾ ਉੱਥੇ ਮੈਂ ਤਕਰੀਬਨ 20 ਕੁ ਦਿਨ ਰਿਹਾ। ਉੱਥੋਂ ਮੈਂ ਗੇਮ ਕੀਤੀ ਹੈ ਲਾਲਾ ਸਾਨ ਬੋਸਨੀਆ ਦੇ ਵਿੱਚ ਜੰਡ ਬੜਾ ਵੱਡਾ ਤੇ 42 ਬੰਦੇ ਸਨ ਤੇ ਅਸੀਂ ਤਕਰੀਬਨ 42 ਬੰਦਿਆਂ ਦੀ ਗੇਮ ਹੀ। ਅਸੀਂ ਰਾਤੀ 9 ਵਜੇ ਤਕਰੀਬਨ ਉਹਨੇ ਬਾਹਰ ਨਿਕਲੇ ਆ। ਤੁਸੀਂ ਮਾਦ ਨਾਲ ਨਿਕਲੇ ਸੋ? ਹਾਂਜੀ ਮਾਦ ਨਾਲ ਅਸੀਂ ਡੈਂਕਰ ਜਿਹੜੇ ਹਨ, ਇੱਕ ਕਾਮਰਾਨ ਸੀ ਤੇ ਇੱਕ ਮੋਸਨ ਸੀ, ਸਮੜੇਵਾਲ ਦੇ ਦੋ ਡੈਂਕਰ ਹਨ, ਬੜੇ ਚੰਗੇ ਮੁੰਡੇ ਸਨ। ਅੱਛਾ ਤੇ ਅਸੀਂ ਅਸਟਰਗਲਰ ਪਹੁੰਚੇ ਆ ਹਾਂਜੀ ਅਸਟਰਲਗ। ਹਾਂ ਉੱਥੇ ਅਸੀਂ ਜਿਹੜਾ ਜੂਆਂ ਵਾਲੀ ਸਪੀਤੀ ਵਿੱਚ ਦੇ ਵਿੱਚ ਟੁੱਟੀਆਂ ਸਪੀਤੀਆਂ ਉੱਥੇ ਕੈਂਪ ਉੱਥੇ 3 ਕੁ ਦਿਨ ਅਸੀਂ ਉਹਨਾਂ ਰਿਹਾਇਸ਼ਾਂ ਦੇ ਵਿੱਚ ਰਹੇ। ਅੱਗੇ ਬੜੀ ਸਖਤੀ ਹੋਈ ਸੀ। ਅੱਛਾ ਅੱਗੇ ਬੜੀ ਜਿਹੀ ਸਖਤੀ ਹੋਈ ਤੇ ਸਾਡੇ ਕੋਲ 5-6 ਦਿਨਾਂ ਦਾ ਸਮਾਨ ਹੀ। ਸਲਵੀਨੀਆ ਟੈਕਸੀ ਦੀ ਅਸੀਂ ਗੇਮ ਕਰਨੀ ਸੀ। ਅੱਛਾ ਤੇ 5-6 ਦਿਨਾਂ ਦਾ ਸਮਾਨ ਹੀ। 3 ਦਿਨ ਉੱਥੇ ਰਹੇ ਆ। ਉਹ ਕੋਈ ਸਮਾਨ ਖਾ ਲਿਆ ਸੀ, ਮਸਲਨ ਕਿ 3-4 ਦਿਨਾਂ ਦਾ ਬਾਕੀ ਸਮਾਨ ਰਹਿ ਗਿਆ। ਅੱਛਾ ਤੇ ਫਿਰ ਲਾਲੇ ਸਾਨ ਨੇ ਸਾਨੂੰ ਗੇਮ ਕੱਢੀ। ਲਾਲਾ ਸਾਨ ਆਪੀ ਨਹੀਂ ਆਇਆ ਹੈ ਨਾਲ, ਉਹਨਾਂ ਨਾਲਾ ਪਾਰ ਕਰਾ ਕੇ ਪਹਿਲੇ ਪਾਸੇ ਦੁਆ ਮੰਗੀ ਹੋਣੀ ਹੈ ਤੇ ਲਾਲਾ ਦੁਆ ਮੰਗੋ ਜੀ ਤੁਸੀਂ ਪਹੁੰਚ ਜਾਓਗੇ। ਚਲੋ ਜੀ ਨਾਲ ਲਾਲੇ ਰਾਏ ਵੀ ਕਿਹਾ ਹੋਣਾ ਕਿ ਉਹ ਬਈ ਆ ਇਕਲਾ ਰੋਡ ਜਿਹੜਾ ਨਾ ਇਹਦੀ ਪਰੇਸ਼ਾਨੀ ਇਹ ਰੋਡ ਬੜੀ ਤਰ੍ਹਾਂ ਕ੍ਰਾਸ ਕਰਨਾ ਹੈ। ਇਹ ਰੋਡ ਜੀ ਕ੍ਰਾਸ ਕਰਨਾ ਹੈ। 70-80 ਲੱਖ ਦੀ ਗੇਮ ਹੀ ਹਾਫਜ਼ ਜੀ, ਕੋਈ ਛੋਟੀ ਗੇਮ ਹੋਵੇ। ਇਕਲਾ ਰੋਡ ਤੁਸੀਂ ਪਾਰ ਕਰ ਗਏ, ਸਮਝੋ ਤੁਸੀਂ ਪਹੁੰਚ ਗਏ। ਹਾਂਜੀ ਮੈਂ ਵੀ ਉਹਨਾਂ ਦੀ ਗੇਮ ਵਿੱਚ ਪਹੁੰਚਿਆ ਵਾਂ। ਅੱਛਾ ਤੇ ਫਿਰ ਹਾਫਜ਼ ਜੀ ਜਦੋਂ ਨਾਲਾ ਅਸੀਂ ਕ੍ਰਾਸ ਕੀਤਾ ਤਕਰੀਬਨ ਅਸੀਂ ਦਿਨ ਰਾਤ ਦਿਨੇ ਤੁਰਦੇ ਸਾਂ। ਅਸੀਂ ਤਕਰੀਬਨ 6 ਵਜੇ ਤੋਂ ਲੈ ਕੇ ਸ਼ਾਮੀ 6-7 ਵਜੇ ਤੱਕ ਅਸੀਂ ਤੁਰਦੇ ਹਾਂ ਤੇ ਫਿਰ ਅਸੀਂ ਸੌਂ ਜਾਂਦੇ ਹਾਂ। ਹਾਂ ਬਿਲਕੁਲ ਸਲਵੀਨੀਆ ਟੈਕਸੀ ਦੀ ਗੇਮ ਹੀ। ਉਮਰ ਉਸ ਜੰਗਲ ਦੇ ਵਿੱਚ ਜਦੋਂ ਲਾਲਾ ਗੇਮ ਕੱਢਦਾ ਕੰਡੇ ਕਿੰਨੇ ਨਹੀਂ ਯਾਰ, ਬੜੇ ਜੇ ਕੰਡੇ ਆ। ਫਿਰ ਉਹ ਬਿਲਕੁਲ ਇਸ ਤਰ੍ਹਾਂ ਝਾੜੀਆਂ ਨੇ, ਉਹਨਾਂ ਦੇ ਵਿੱਚੋਂ ਲੰਘਣਾ ਹੁੰਦਾ ਹੈ। ਯਕੀਨ ਕਰੋ ਬਾਹਾਂ ਛਿੱਲੇ ਜਾਂਦੇ ਨੇ, ਕੋਟ ਪਾਟ ਜਾਂਦੇ ਨੇ, ਬਸਤੇ ਪਾਟ ਜਾਂਦੇ ਨੇ, ਮੱਥੇ ਛਿਲ ਕਰਦੇ ਨੇ, ਕਈਆਂ ਦੇ ਬੂਟ ਪੈਂਟ ਪਾਟ ਜਾਂਦੀ ਏ। ਤੇ ਅੱਛਾ ਮੈਨੂੰ ਇਹ ਦੱਸੋ ਮਜ਼ੇ ਵਾਲੀ ਗੱਲ, ਤੁਸੀਂ ਇਸ ਤਰ੍ਹਾਂ ਕਰਕੇ ਅੱਗੇ ਨਿਕਲਦੇ ਪਏ ਹੋ, ਤੁਹਾਡੇ ਤੋਂ ਅੱਗੇ ਇੱਕ ਬੰਦਾ ਹੈ, ਉਹਨੇ ਇਸ ਤਰ੍ਹਾਂ ਕਰਕੇ ਡਾਣੀ ਫੜੀ ਇੰਜ ਲੱਗ ਗਿਆ, ਜਦੋਂ ਇੰਜ ਛੱਡੀ ਹੈ ਤੇ ਉਹ ਤੁਹਾਡੇ ਇੱਥੇ ਆ ਕੇ ਫਿਰ ਤੁਹਾਡੇ ਦਿਲ 'ਚ ਕੀ ਹੋਣਾ ਹੈ? ਹਾਂ ਜੀ ਮੇਰਾ ਕੱਦ ਤੁਹਾਨੂੰ ਪਤਾ ਵੱਡਾ ਕੱਦ ਹੀ, ਟੈਨਸ਼ਨ ਨਹੀਂ ਹੈ। ਸੀਨੇ 'ਚ ਲੱਗਦੀਆਂ ਰਹੀਆਂ। ਹਾਂਜੀ
ਤੇ ਫਿਰ ਹਾਫਿਜ਼ ਜੀ ਸਾਡੀ ਗੇਮ ਦੇ ਵਿੱਚ ਇੱਕ ਬਾਬਾ ਸੀ 40-45 ਸਾਲ ਦੀ ਉਮਰ ਦਾ ਵਿਚਾਰਾ, ਮਸਲਨ ਕਿ ਸੱਟ ਉਹਨੂੰ ਵੱਜੀ ਤੇ ਲੰਗਾ ਕੇ ਤੁਰਦਾ ਸੀ। ਅੱਛਾ। ਤੇ ਕਦੀ ਕੋਈ ਉਹਨੂੰ ਸਹਾਰਾ ਦੇ ਛੱਡਦਾ ਸੀ, ਕਦੀ ਕੋਈ ਸਹਾਰਾ ਦੇ ਛੱਡਦਾ ਸੀ। ਹਾਂ। ਤੇ ਜਦੋਂ ਮਸਲਨ ਕਿ ਕਿਸੇ ਨੇ ਨਾ ਫਿਰ ਸਹਾਰਾ ਹਾਫਿਜ਼ ਜੀ ਸਹਾਰਾ ਦਿੱਤਾ ਸਹੀ, ਤੇ ਫਿਰ ਬਾਬੇ ਹੋਰੀ ਜਦੋਂ ਉਹਨਾਂ ਕਿਹਾ ਹੁਣ ਮੈਂ ਫੁੱਲ ਹਾਰ ਗਿਆ, ਹਿੰਮਤ ਹਾਰ ਗਿਆ, ਫਿਰ ਇੱਕ ਹਾਫਿਜ਼ ਸੀ ਸਾਡੀ ਮਸਲਨ ਗੇਮ ਦੇ ਵਿੱਚ ਬੜਾ ਚੰਗਾ ਹਾਫਿਜ਼ ਸੀ, ਹਾਫਿਜ਼ ਉਹਨੂੰ ਨਾਲ ਲੈ ਕੇ ਆਇਆ। ਫਿਰ ਉਹਨਾਂ ਹਾਫਿਜ਼ ਜੀ ਮੈਨੂੰ ਆਖਿਆ ਕਿ ਯਾਰ ਤੂੰ ਵੀ ਇਹਦੀ ਮਦਦ ਕਰ। ਅੱਛਾ। ਮੈਂ ਹਾਫਿਜ਼ ਜੀ ਦਾ ਇੱਕ ਬਾਂਹ ਮੈਂ ਇੱਥੇ ਰੱਖਦਾ ਹਾਂ, ਇੱਥੇ ਚਾਚੇ ਹਰਾਂ ਦੀ, ਤੇ ਇਹ ਮੈਂ ਕੱਛ ਚ ਰੱਖਦਾ ਹਾਂ, ਤੇ ਮੈਂ ਲੈ ਕੇ ਮੈਂ ਚਾਚੇ ਨੂੰ ਦੌੜੀ ਜਾਂਦਾ ਹਾਂ, ਹਲਾ ਤੇਰੀ ਯਾਰੀ। ਚਾਚਾ ਨਹਾਉਣਾ ਕਿਹੜੀ ਬਲਾਂਦ ਪੈ ਗਿਆ। ਹਾਂਜੀ। ਚਾਚੇ ਦੀ ਪਹੁੰਚ ਗਿਆ। ਚਾਚੇ ਹੋਰੀ ਹਾਂਜੀ ਪਹੁੰਚ ਗਿਆ। ਇਹ ਨਹੀਂ ਪਤਾ ਹੁਣ ਪਹੁੰਚੇ ਨੇ ਕਿ ਨਹੀਂ ਪਹੁੰਚੇ, ਕਿਉਂਕਿ ਮੈਂ ਉਹਨਾਂ ਚੋਂ ਨਿਖੜ ਗਿਆ ਹਾਂ। ਤਕਰੀਬਨ 6-7ਵੇਂ ਦਿਨ ਜਿਹੜਾ ਨਾ ਅਸੀਂ ਸਲਵੀਨੀਆ ਪਹੁੰਚ ਗਏ। 916 ਪੁਆਇੰਟ ਦੇ ਉੱਤੇ ਅਸੀਂ ਪਹੁੰਚੇ ਹਾਂ। ਨਹਿਰ ਕ੍ਰਾਸ ਕੀਤੀ। ਹਾਂਜੀ, ਨਹਿਰ ਕ੍ਰਾਸ ਕਰਕੇ ਉਹ ਪਹਾੜੀ ਉੱਚੀ, ਪਤਾ ਨਹੀਂ ਹਾਫਿਜ਼ ਜੀ ਕਿੱਡੀ ਕੁ ਵੱਡੀ ਪੱਥਰਾਂ ਵਾਲੀ ਜਗ੍ਹਾ ਤੋਂ ਗੁਜ਼ਰੇ ਸੋ। ਉੱਥੋਂ ਪਹਾੜੀ ਕ੍ਰਾਸ ਕੀਤੀ, ਫਿਰ ਨਹਿਰ ਕ੍ਰਾਸ ਕੀਤੀ। ਨਹਿਰ ਕ੍ਰਾਸ ਕਰਕੇ ਫਿਰ ਅਸੀਂ ਸਲਵੀਨੀਆ ਵਰੇ 916 ਪੁਆਇੰਟ ਤੇ ਅਸੀਂ ਹਾਂ। ਉੱਥੋਂ ਅੱਗੋਂ ਗੱਡੀ ਲੱਗਣੀ ਸੀ, ਉਹਨੇ ਸਾਨੂੰ ਚੁੱਕਣਾ ਸੀ, ਉਹਨੇ ਸਾਨੂੰ ਸਿੱਧਾ 916 ਹੋਈ ਨਾ ਜਿਹੜਾ ਕੱਚਾ ਪਿਆ। ਹਾਂਜੀ, ਕੱਚੇ ਪੇ ਦੇ ਨਾਲ ਖਾਈ ਸੀ, ਉਹਨਾਂ ਸਾਨੂੰ ਉਸ ਖਾਈ ਦੇ ਵਿੱਚ ਬਿਠਾਇਆ ਸੀ। ਤੇ ਬਾਰਿਸ਼ ਹੁੰਦੀ ਰਹੀ ਹੈ ਤਕਰੀਬਨ। ਸਾਡੇ ਕੋਲ 2 ਦਿਨ ਲੰਗਰ ਪਹਿਲਾਂ ਹੀ ਮੁੱਕ ਗਿਆ ਸੀ, ਕਿਉਂਕਿ ਅਸੀਂ ਪਿੱਛੇ ਵੀ ਇੱਥੇ ਰਿਹਾਇਸ਼ਾਂ ਦੇ ਵਿੱਚ ਰਹੇ। ਤੇ ਸਾਡੇ ਕੋਲ ਜਿਹੜਾ 3 ਦਿਨ ਹੋਇਆ, 3 ਦਿਨਾਂ ਦੇ ਮਸਲਨ ਕਿ ਆਵਾਮ ਸਾਰੀ ਭੁੱਖੀ ਸੀ, ਕੋਈ ਕੁਛ ਖਾ ਰਿਹਾ। ਪਾਣੀ ਉੱਥੋਂ ਰਾਹ ਜੀ ਛੱਪੜੀਆਂ ਦਾ ਪਾਣੀ ਪੀਣਾ ਪੈਂਦਾ ਹੈ, ਬਾਰਿਸ਼ਾਂ ਦਾ। ਠੀਕ ਹੈ, ਕੁਛ ਆਵਾਮ ਪੱਤਰ ਖਾਂਦੀ ਸੀ, ਜ਼ਾਹਿਰ ਅਸੀਂ ਵੀ ਖਾਦੇ ਨੇ, ਸਾਰਾ ਕੁਛ ਕੀਤਾ ਵੇ। ਤੇ ਹਾਫਿਜ਼ ਜੀ ਮੈਂ 2 ਦਿਨ ਇਹ ਖਾਧੀਆਂ, ਇਹ ਸ਼ਾਮਾਂ ਖਾਧੀਆਂ ਜੀ ਦੋਸਤੋ। ਇਹ ਵੇਖੋ, ਇਹ ਬੇਰੀਆਂ, ਇਹ ਵੇਖੋ। ਇਹ ਤੁਸੀਂ ਨਹੀਂ ਖਾਣੀਆਂ, ਇਹ ਨਹੀਂ ਖਾਣੀਆਂ ਹੈ। ਆਹੋ, ਇਹਦਾ ਬੜਾ ਖਰਾਬ ਹੋ ਜਾਂਦਾ ਕੰਮ। ਤੇ ਹਾਫਿਜ਼ ਜੀ 2 ਦਿਨ ਤੁਸੀਂ ਯਕੀਨ ਨਹੀਂ ਕਰਨਾ, ਇੰਜ ਬੈਗ ਕੱਢ ਛੜਨੇ, ਇੰਜ ਪੈਰਾਂ ਭਾਰ, ਇੰਜ। ਅੱਛਾ ਜੀ। ਬਾਰਿਸ਼ ਹੋ ਰਹੀ, ਸਿਰਫ ਉੱਤੇ ਆਪਣੇ ਉੱਤੇ ਚਾਦਰ ਇੱਕ ਕਪੜਾ ਲੈ ਲਿਆ ਸੀ ਛਾਪੜ ਤੇ। ਮੇਰੇ ਭਾਈ ਤੁਹਾਡੀ ਪੈਂਟ ਵਿੱਚ ਬੜੀ ਪਿਆਰੀ ਲੱਗ ਰਹੀ। ਅੱਛਾ। ਆਹੋ। ਤੇ 2 ਦਿਨ ਜਿਹੜਾ ਨਾ ਇੰਜ ਹੀ ਕੱਢ ਛੜੇ ਨੇ। ਤੇ ਫਿਰ ਉਸ ਤੋਂ ਬਾਅਦ ਬਾਰਿਸ਼ ਰੁਕੀ ਹੈ ਥੋੜੀ ਜਿਹੀ, ਤੇ ਗੱਡੀ ਨਹੀਂ ਸੀ ਲੱਗਦੀ ਹੈ। ਤੇ ਇੱਕ ਮੁੰਡਾ ਆਂਦਾ ਵੇ ਅੱਗੇ ਵੀ ਇੱਥੇ ਅਸੀਂ ਆਏ ਹਾਂ, ਤੇ ਗੱਡੀ ਕੋਲ ਨਹੀਂ ਲੱਗੀ ਹੈ, ਤੇ ਅਸੀਂ ਫੜਾਈ ਦੇ ਕੇ ਤੇ ਪਿੱਛਾ ਤੁਰ ਗਏ ਹਾਂ। ਅੱਛਾ। ਤੇ ਮੈਂ ਕੰਮ ਨਹੀਂ ਕਰਨਾ ਹੈ, ਤੇ ਮੈਂ ਹੋਰ 2-3 ਦਿਨ ਇੱਥੇ ਰਹੇ ਤੇ ਭੁੱਖਿਆਂ ਉਂਝ ਮਰ ਜਾਣਾ। ਟੁਰਨ ਅੱਗੇ ਨਹੀਂ ਹੋਣਾ, ਫੜਾਈ ਜ਼ਾਹਰ ਦੇਣੀ ਪੈਣੀ ਹੈ। ਤੇ ਫਿਰ ਜਿਹੜਾ ਨਾ ਉਹਨੇ ਕਾਮਰਾਨ ਡਿੰਕਰ ਜਿਹੜਾ ਉਹਨੇ ਆਖਿਆ ਜਿੰਨੇ ਜਾਣਾ ਜਿੱਥੇ ਜਾਣਾ ਜਾਓ, ਸਾਨੂੰ ਕੋਈ ਟੈਨਸ਼ਨ ਨਹੀਂ ਹੈ। ਤੇ ਮੈਂ ਤੁਹਾਨੂੰ ਪਤਾ ਹਾਫਿਜ਼ ਜੀ ਔਖੇ ਟਾਈਮ ਜਿਹੜਾ ਕੋਈ ਬੰਦਾ ਨਹੀਂ ਕੰਮ ਆਉਂਦਾ ਹੈ। ਸਹੀ ਹੈ। ਤੇ ਮੈਂ ਉੱਥੇ 15-20 ਬੰਦਿਆਂ ਦੇ ਕੋਲ ਗਿਆ ਵਾਂ, ਉਹਨਾਂ ਨੂੰ ਜਾ ਕੇ ਯਾਰ ਮੇਰੇ ਨਾਲ ਤੁਰੋਗੇ, ਤੇ ਤੁਸੀਂ ਮੇਰੇ ਇੱਕ ਜਣੇ ਨੇ ਮੈਂ ਆਖਿਆ ਤੂੰ ਮੇਰੇ ਨਾਲ ਤੁਰ ਤੇ ਇਨਸ਼ਾਅੱਲਾ ਮੈਂ ਤੈਨੂੰ ਪਹੁੰਚਾਵਾਂਗਾ, ਤੂੰ ਟੈਨਸ਼ਨ ਲੈਣੀ ਆ। ਕੋਈ ਮੋਬਾਈਲ ਨਹੀਂ, ਕੋਈ ਚੀਜ਼ ਨਹੀਂ। ਉਹਨਾਂ ਸਿਰਫ ਆਖਿਆ ਸੀ ਕਿ ਤੁਸੀਂ ਲੁਧਿਆਣੇ ਤੁਰ ਜਾਓ, ਤੇ ਉੱਥੇ ਜਿਹੜਾ ਨਾ ਤੁਹਾਨੂੰ ਜਿਹੜਾ ਨਾ ਲੱਭ ਜਾਏਗਾ ਸਟੇ ਲੱਭ ਜਾਏਗਾ। ਤੇ ਮੈਂ ਹਾਫਿਜ਼ ਜੀ ਇਕੱਲਾ ਹੀ ਜਿਹੜਾ ਨਾ ਉੱਥੋਂ ਨਿਕਲਿਆ ਵਾਂ। ਮੈਂ ਮਸਲਨ ਕਿ ਕੋਈ ਬੰਦਾ ਨਹੀਂ ਨਾਲ ਚੱਲਿਆ, ਕੋਈ ਬੰਦਾ ਨਹੀਂ ਨਾਲ ਨਿਕਲਿਆ। ਉਹ ਜਿਹੜਾ ਚਾਚਾ ਸੀ ਜਿਹਨੂੰ ਨਾਲ ਤੁਰੀ ਫਿਰਦਾ ਸੀ ਉਹ ਵੀ ਨਹੀਂ ਉੱਠਿਆ। ਕੋਈ ਬੰਦਾ ਨਹੀਂ, ਤੁਹਾਨੂੰ ਦੱਸਿਆ ਇੰਨੀ ਜਿਹਦੀ ਮਦਦ ਕੀਤੀ, ਕੋਈ ਬੰਦਾ ਨਹੀਂ ਨਾਲ ਤੁਰਿਆ ਹੈ। ਮੈਂ ਉੱਥੋਂ ਇਕੱਲਾ ਹੀ ਨਿਕਲਿਆ ਵਾਂ। ਮੈਂ ਪਿਆ ਸੀ ਉਹ ਪੇਜ ਉੱਤੇ, ਮੈਂ ਤੁਰਦਾ ਰਿਹਾ, ਜਿਹੜੀ ਗੱਡੀ ਆਉਂਦੀ ਸੀ ਮੈਂ ਲੁਕ ਜਾਂਦਾ। ਇੱਕ ਪਿਆ ਜਾਂਦਾ ਸੀ ਪੱਕੀ ਸੜਕ, ਇੱਕ ਰਾਹ ਪੱਕੀ ਸੜਕ ਜਾਂਦੀ ਸੀ, ਇੱਕ ਕੱਚਾ ਪਿਆ ਜਾਂਦਾ ਸੀ। ਮੈਂ ਪੱਕੀ ਤੇ ਨਹੀਂ ਚੜਿਆ, ਮੈਂ ਕੱਚੇ ਵੱਲ ਤੁਰ ਗਿਆ। ਮੈਂ ਅੱਧਾ ਕਿਲੋਮੀਟਰ ਤੁਰਿਆ, ਅੱਗੇ ਇੱਕ ਜੀਪ ਖਲੋਤੀ ਸੀ, ਬਾਬਾ ਲੱਕੜੀਆਂ ਬਣਦਾ ਸੀ ਪਿਆ, ਉਹਦਾ ਕੁੱਤਾ ਸੀ। ਤੇ ਮੈਂ ਉੱਥੇ ਜਾ ਕੇ ਭੁੱਖਾ ਹਾਂ, ਮੈਂ ਕਿੰਨਿਆਂ ਦਿਨਾਂ ਦਾ ਮੈਂ ਹੁਣ ਰੱਖੀ ਆਹਾਂ ਫੁੱਲ। ਜੀਪ ਦੇ ਕੋਲ ਗਿਆ ਵਾਂ, ਤੇ ਉਹਦਾ ਕੁੱਤਾ ਆਇਆ, ਆ ਕੇ ਮੈਨੂੰ ਸਾਡਾ ਸਿੰਗਲ ਲੱਗ ਪਿਆ। ਮੈਂ ਚੁੱਪ ਕਰਕੇ ਖਲੋਤਾ ਰਿਹਾ। ਬਾਬਾ ਆਇਆ, ਮੈਂ ਬਾਬੇ ਨੂੰ ਮੈਂ ਫੂਡ ਹੁਣ ਜ਼ਾਹਰ ਟੁੱਟੀ ਭੱਜੀ ਇੰਗਲਿਸ਼ ਬੋਲਣੀ ਸੀ। ਬਾਬੇ ਨੂੰ ਫਿਲਮ ਸੁਣਾ ਲਈ, ਫਿਰ ਬਾਬੇ ਨੂੰ ਫਿਲਮ ਸੁਣਾ ਲਈ। ਬਾਬੇ ਨੇ ਖਾਣ ਪੀਣ ਵਾਸਤੇ ਕੋਈ ਸਮਾਨ ਦਿੱਤਾ। ਫਿਰ ਮੈਂ ਬਾਬੇ ਨੂੰ ਪੁੱਛਿਆ, ਮੈਂ ਜੀਪ ਵਿੱਚ ਰੱਖਿਆ ਸੀ ਬਾਬੇ ਸਮਾਨ? ਹਾਂਜੀ, ਉਹਦੇ ਕੁਛ ਆਪਣੇ ਵਾਸਤੇ ਉਹਨੇ ਰੱਖਿਆ ਸੀ, ਬਰਗਰ ਸ਼ਰਗਰ ਕੀਮੇ ਦਾ, ਥੋੜਾ ਟਿੱਕੀਆਂ ਛਿੱਕੀਆਂ, ਪਾਣੀ ਦੀ ਬੋਤਲ, ਤੁਹਾਨੂੰ ਪਤਾ ਯੂਰਪੀ। ਬਿਲਕੁਲ ਇਸ ਤਰ੍ਹਾਂ। ਤੇ ਫਿਰ ਉੱਥੇ ਜਿਹੜਾ ਅਸੀਂ ਖਲੋਤੇ ਹਾਂ, ਠੀਕ ਹੈ, ਮੈਂ ਉਹਨਾਂ ਨਾਲ ਗੱਲਬਾਤ ਕੀਤੀ। ਫਿਰ ਮੈਂ ਬਾਬੇ ਹੋਰਾਂ ਨੂੰ ਪੁੱਛਿਆ, ਮੈਂ ਪੁੱਛਿਆ ਲੁਧਿਆਣਾ ਕਿੰਨੇ ਕਿਲੋਮੀਟਰ, ਹਾਊ ਮੱਚ ਲੁਧਿਆਣਾ ਕਿਲੋਮੀਟਰ, ਸਾਰਾ ਕੁਝ ਪੁੱਛਿਆ ਉਹਨਾਂ ਦੇ ਕੋਲੋਂ। ਤੇ ਉਹਨਾਂ ਕਿਹਾ ਮੋਬਾਈਲ, ਮੈਂ ਕਿਹਾ ਮੇਰੇ ਕੋਲ ਕੋਈ ਚੀਜ਼ ਨਹੀਂ। ਉਹ ਬਾਬੇ ਨੇ ਆਖਿਆ 70 ਕਿਲੋਮੀਟਰ ਦੂਰ ਹੈ, 70 ਕਿਲੋਮੀਟਰ। ਉਹ ਬਾਬੇ ਹੋਰਾਂ ਜਿਹੜਾ ਨਾ ਮੈਨੂੰ ਇੱਕ ਕਾਪੀ ਦੇ ਉੱਤੇ ਜਿਹੜਾ ਨਾ ਸਾਰਾ ਨਾ ਮੈਨੂੰ ਨਕਸ਼ਾ ਬਣਾ ਦਿੱਤਾ। ਇਹ ਤੂੰ ਇੰਜ ਜਾਣਾ, ਅੱਗੇ ਇਹ ਚੌਂਕੀ ਹੈ, ਤੂੰ ਇੰਜ ਸੜਕ ਕ੍ਰਾਸ ਕਰਨੀ ਹੈ। ਉਹਨਾਂ ਕਿਹਾ ਤੂੰ ਇੱਥੋਂ ਇੰਜ ਵਾਪਸ ਜਾਣਾ। ਬਾਬੇ ਨੇ ਤੁਹਾਡੀ ਚੰਗੀ ਰਹਿਨਮਾਈ ਕੀਤੀ ਨਾ। ਮੈਂ ਬਾਬੇ ਨੂੰ ਆਖਿਆ, ਮੈਂ ਸਾਰਿਆਂ ਰੌਲਿਆਂ 'ਚ ਪੈਣ ਨਾਲ ਚੰਗਾ ਤੂੰ ਮੈਨੂੰ ਗੱਡੀ 'ਚ ਛੱਡ ਆਇਆ ਉੱਥੇ। ਆਂਦਾ ਨੋ ਪੁਲਿਸ ਪ੍ਰੋਬਲਮ, ਬਿਗ ਪ੍ਰੋਬਲਮ। ਮੈਂ ਸਹੀ ਹੈ। ਮੈਂ ਉਹੀ ਪੇਜ ਕਾਪੀ ਦੇ ਮੈਂ ਨਕਸ਼ੇ ਦੇ ਉੱਤੇ ਉਹੀ ਮੈਂ ਪੇਜ ਵਾਪਸ ਆਇਆ। ਉੱਥੋਂ ਚੜ੍ਹਨਾ ਸੀ ਪੱਕੀ ਸੜਕ। ਉੱਥੇ ਮੈਂ ਚੜ੍ਹਿਆ, ਸਹੀ ਹੈ, ਸੜਕ ਤੇ ਮੈਂ ਗਿਆ, ਤੁਰਦਾ ਰਿਹਾ ਅੱਗੋਂ। ਫਿਰ ਉਹ ਸੜਕ ਦਾ ਕੱਚਾ ਪਿਆ ਹੋ ਜਾਂਦਾ, ਜੰਗਲ ਦੇ ਵਿੱਚ ਤੁਰ ਜਾਂਦੀ ਸੀ ਸੜਕ। ਤਕਰੀਬਨ ਮੈਂ 10-15 ਕਿਲੋਮੀਟਰ ਤੁਰਿਆ ਵਾਂ। ਅੱਗੋਂ ਮੇਨ ਰੋਡ ਆ ਗਿਆ। ਮੇਨ ਰੋਡ ਮੈਂ ਵੇਖਿਆ ਕਿ ਸਾਈਡਾਂ ਦੇ ਕੈਮਰੇ ਲੱਗੇ ਹਨ। ਮੈਂ ਪਰਾਂ ਦੀ ਹੋ ਗਿਆ, ਮੈਂ ਲੁੱਕ ਗਿਆ ਬੁੱਚਿਆਂ ਦੇ ਵਿੱਚ। ਮੈਂ ਵੇਖਿਆ ਗੱਡੀਆਂ ਆ ਰਹੀਆਂ ਨੇ।
ਤੇ ਮੈਂ ਜਦੋਂ ਵੇਖਿਆ ਨਾ ਕੋਈ ਗੱਡੀ ਨਹੀਂ, ਮੈਂ ਭੱਜ ਕੇ ਸੜਕ ਕ੍ਰਾਸ ਕੀਤੀ, ਸੜਕ ਕ੍ਰਾਸ ਕਰਕੇ ਅੱਗੇ ਫੇਰ ਪਿਆ ਸ਼ੁਰੂ ਹੋਈ ਜਾਂਦਾ ਹੈ। ਅੱਛਾ ਠੀਕ ਹੈ, ਪਿਆ ਸ਼ੁਰੂ ਹੋਈ ਜਾਂਦਾ ਸੀ। ਮੈਂ ਤਕਰੀਬਨ 5-6 ਕਿਲੋਮੀਟਰ ਤੁਰਿਆ ਵਾਂ ਤੇ ਅੱਗੋਂ ਇੱਕ ਚਾਚਾ ਸਾਈਕਲ ਵਾਲਾ ਸੀ ਤੇ ਮੈਂ ਚਾਚੇ ਨੂੰ ਪੁੱਛਿਆ ਮੈਂ ਲੁਧਿਆਣੇ, ਤੇ ਚਾਚੇ ਨੇ ਮੈਨੂੰ ਦੱਸਿਆ ਤਕਰੀਬਨ 60 ਕੇ ਹੋਰੇ 55 ਕਿਲੋਮੀਟਰਾਂ ਦਾ ਰਹਿ ਗਿਆ। ਮੈਂ ਕਿਹਾ ਸਹੀ ਹੈ। ਅੱਧਾ ਘੰਟਾ ਹੋਰ ਮੈਂ ਤੁਰਿਆ, ਫਿਰ ਮੈਂ ਥੱਕ ਗਿਆ ਹਾਂ ਕੁਛ ਤੁਰ ਕੇ, ਪਿੱਛੋਂ ਉਂਝ ਭੁੱਖਾਂ ਦਾ ਮਾਰਿਆ ਹਾਂ ਤੇ ਮੈਂ ਕਿਹਾ ਕਰੇਨ ਸਾਈਡ ਤੇ ਕਰੇਨ ਖਲੋਤੀ, ਮੈਂ ਕਿਹਾ ਚਲੋ ਯਾਰ ਇਹਦੇ ਦੁਆਲੇ ਹੋ ਕੇ ਬਹਿ ਜਾਂਦੇ, ਕੋਈ ਗੱਡੀ ਨਾ ਆਵੇ। ਮੈਂ ਕਰੇਨ ਦੇ ਦੁਆਲੇ ਹੋਇਆ, ਅੱਲਾ ਨੂੰ ਜਿਹੜਾ ਨਾ ਅੱਗੋਂ ਫੌਜੀਆਂ ਦਾ ਟੈਂਕ ਆ ਗਿਆ। ਠੀਕ ਹੈ, ਪਿੱਛੇ ਕੁੱਤਾ ਸੀ ਤੇ ਮੈਂ ਕਿਹਾ ਵੇ ਸ਼ੁਕਰ ਹੈ ਅੱਲਾ ਸੁਣਿਆ ਬਚ ਗਏ ਆ, ਤੇ ਨਹੀਂ ਤੇ ਮੈਂ ਥੋੜਾ ਜਿਹਾ ਮਸਲਨ ਕਿ ਥੋੜਾ ਹੋਰ ਤੁਰਦਾ ਤੇ ਅੱਗੋਂ ਮੈਂ ਫੜ ਕੱਤਣਾ ਸੀ। ਟੈਂਕ ਦੇ ਨਾਲ ਕੁੱਤਾ ਬਾਹਰ ਲਗਾ ਫਿਰਦਾ ਸੀ? ਨਹੀਂ ਪਿੱਛੇ ਅੱਗੇ ਟੈਂਕ ਸੀ ਨਾ ਤੇ ਪਿੱਛੇ ਕੁੱਤਾ ਭਜਦਾ ਪਿੱਛੇ ਜਾਣ ਡਿਆ ਸੀ ਟੈਂਕ ਤੇ। ਤੁਹਾਨੂੰ ਪਤਾ ਫੌਜੀਆਂ ਕੁੱਤੇ ਰੱਖੇ ਹੁੰਦੇ ਨੇ। ਬਿਲਕੁਲ। ਤੇ ਫਿਰ ਮੈਂ ਉੱਥੇ ਸਾਹ ਸੂ ਲਿਆ ਤੇ ਫਿਰ ਮੈਂ ਉਸ ਤੋਂ ਬਾਅਦ ਤੁਰਨਾ ਸ਼ੁਰੂ ਕੀਤਾ। ਅੱਲਾ ਦਾ ਸ਼ੁਕਰ ਅਦਾ ਕੀਤਾ ਹੋਣਾ ਕਿ ਯਾਰ ਸ਼ੁਕਰ ਹੈ ਮੈਂ ਵੇਲੇ ਨਾਲ ਸਾਈਡ ਤੇ ਹੋ ਗਿਆ। ਹਾਂਜੀ, ਤੇ ਫਿਰ ਤੁਰਦਾ ਰਿਹਾ ਜੰਗਲਾਂ ਦੇ, ਕਦੀ ਇੰਜ ਪਿਆ ਜਾਏ, ਕਦੀ ਪਹਾੜੀ ਦੇ ਉੱਤੇ ਚੜ ਜਾਏ, ਕਦੀ ਥੱਲੇ, ਕਦੀ ਤੇ ਤਕਰੀਬਨ ਉਦੋਂ ਜਦੋਂ ਮਸਲਨ ਕਿ 40 ਕਿਲੋਮੀਟਰ ਜਦੋਂ ਰਹਿ ਗਿਆ ਨਾ ਲੁਧਿਆਣਾ, ਅੱਛਾ 40 ਕਿਲੋਮੀਟਰ ਮੇਰੇ ਖਿਆਲ ਨਾਲ ਤਕਰੀਬਨ ਰਹਿ ਗਿਆ ਹੋਵੇਗਾ, ਤੇ ਫਿਰ ਅੱਗੇ ਆ ਗਈ ਟ੍ਰੇਨ ਦੀ ਪਟਰੀ। ਹਾਂ ਟ੍ਰੇਨ ਦੀ ਪਟਰੀ ਤੋਂ ਅੱਗੇ ਹੀ ਪਿੰਡ ਸ਼ੁਰੂ ਹੋ ਜਾਂਦਾ ਹੈ। ਮਸਲਨ ਪਿੰਡ, ਮੈਂ ਹੁਣ ਪਿੰਡਾਂ ਥਾਵਾਂ ਤੇ ਵਰਨਾ ਕੋਈ ਨਹੀਂ, ਮੈਂ ਕਾਪੀ ਦੇ ਨਕਸ਼ੇ ਸਾਰਾ ਕੁਝ ਵੇਂਦਾ ਜਾਵਾਂ, ਮੈਂ ਪਿੰਡ ਥਾਂ ਤੇ ਹੁਣ ਵੜਨਾ ਕੋਈ ਨਹੀਂ। ਤੇ ਮੈਂ ਸਾਈਡ ਤੇ ਵੇਖਿਆ ਤੇ ਬੰਦ ਗੋਭੀ ਉਹ ਲੱਗੀਆਂ, ਬੰਦ ਗੋਭੀ ਹੋਰ ਵੀ ਸਿਰ, ਮੈਂ ਬਹਿ ਗਿਆ ਲੁੱਕ ਕੇ, ਮੈਂ ਜਾਲਾ ਕੀਤਾ ਬੰਦ ਗੋਭੀ ਦਾ। ਚੰਗੀ ਖਾਦੇ ਫਿਰ? ਚੰਗੀ ਖਾਦੀ, ਭੁੱਖ ਦਾ ਮਾਰਿਆ ਹਾਂ ਮੈਂ। ਓਏ ਹੋਏ। ਫਿਰ ਹਵਾ ਜੀ ਮੈਂ ਟ੍ਰੇਨ ਦੀ ਪਟਰੀ ਤੇ ਜਿਹੜਾ ਮੈਂ ਚੜਿਆ, ਅੱਛਾ, ਤੇ ਟ੍ਰੇਨ ਦੀ ਪਟਰੀ ਦੇ ਉੱਤੇ ਮੈਂ ਤੁਰਦਾ ਰਿਹਾ ਵਾਂ। ਤੇ ਜਦੋਂ ਸ਼ਾਮ ਪਈ ਹੈ ਨਾ, ਮੈਂ ਤਵਾਰ ਦਾ ਦਿਨ ਸੀ ਤੇ 8-9 ਵਜੇ ਮੈਂ ਤਕਰੀਬਨ ਨਿਕਲਿਆ ਹਾਂ ਉਸ ਜੁੱਟ ਦੇ ਵਿੱਚੋਂ, 42 ਬੰਦਿਆਂ ਦੇ ਵਿੱਚੋਂ। ਅੱਛਾ। ਤੇ ਸ਼ਾਮ ਦੇ ਜਦੋਂ ਵੱਜੇ ਨੇ ਨਾ 8-9, ਤੇ ਫਿਰ ਹਾਫਿਜ਼ ਜੀ ਬਾਰਿਸ਼ ਜਿਹੜੀ ਫੁੱਲ ਤੇਜ਼ ਹੋ ਗਈ ਹੈ। ਤੁਹਾਡੇ ਕੋਲ ਕੋਈ ਚੀਜ਼ ਨਹੀਂ ਸੀ? ਕੋਈ ਚੀਜ਼ ਨਹੀਂ ਹੈ, ਬਾਰਿਸ਼ ਜੋ ਤੇਜ਼ ਹੋਈ ਹੈ। ਬਸਤਾ ਵੀ ਆਪਣਾ ਸੱਟ ਆਇਆ ਸੀ? ਕੋਈ ਸ਼ੈ ਹੀ ਨਹੀਂ। ਤੁਹਾਨੂੰ ਦੱਸਿਆ ਜਦੋਂ ਬੈਗ ਦੇ ਵਿੱਚ ਪਾਣੀ ਨਹੀਂ ਹੋਣਾ, ਖਾਣ ਨੂੰ ਕੋਈ ਸ਼ੈ ਨਹੀਂ, ਬੈਗ ਕੋਲ ਰੱਖਣ ਦਾ ਕੀ ਫਾਇਦਾ। ਤੇ ਫਿਰ ਹਾਫਿਜ਼ ਜੀ ਜਿਹੜਾ ਨਾ ਉੱਥੇ ਨਾਲ ਮਸਲਨ ਕਿ ਤੁਹਾਨੂੰ ਪਤਾ ਲੱਕੜਾਂ ਰੱਖੀਆਂ ਹੁੰਦੀਆਂ ਤੇ ਉੱਤੋਂ ਬਾਬਿਆਂ ਨੇ ਛਾਪਰ ਪਾਏ ਹੁੰਦੇ ਨੇ, ਉਹਨਾਂ ਦੇ ਮੈਂ ਥੱਲੇ ਜਾ ਕੇ ਲੁੱਕ ਗਿਆ। ਮੈਂ ਛਾਪਰ ਪਾੜਿਆ ਉੱਥੋਂ, ਮਸਲਨ ਕਿ ਉਹਨਾਂ ਕੋ ਪਾੜਿਆ ਜਿੰਨਾ ਕੁ ਮਸਲਨ ਕਿ ਮੇਰੇ ਬਾਰਿਸ਼ ਨਾ ਉੱਤੇ ਡਿੱਗੇ। ਅੱਛਾ। ਤੇ ਮੈਂ ਹਾਫਿਜ਼ ਜੀ ਉਹ ਪਟਰੀ ਦੇ ਉੱਤੇ ਜਿਹੜਾ ਨਾ ਮੈਂ ਸਾਰੀ ਰਾਤ ਤੁਰਦਾ ਰਿਹਾ ਵਾਂ। ਕਦੀ ਉਹ ਪਟਰੀ ਜੰਗਲ ਦੇ ਵਿੱਚ ਵੜ ਜਾਂਦੀ ਸੀ ਤੇ ਕਦੀ ਉਹ ਪਟਰੀ ਪਿੰਡ ਦੇ ਵਿੱਚ ਵੜ ਜਾਂਦੀ ਸੀ। ਤੇ ਮੈਂ ਹਿਰਨਾਂ ਵੇਖੀਆਂ, ਘੋੜੇ ਵੇਖੇ, ਤੇ ਹਾਫਿਜ਼ ਜੀ ਕਸਮ ਅੱਲਾ ਦੀ ਡਰਿਆ ਨਹੀਂ, ਪਤਾ ਨਹੀਂ ਰੱਬ ਵੱਲੋਂ ਮਾਂ ਪਿਓ ਦੀਆਂ ਦੁਆਵਾਂ ਹਨ। ਕੋਈ ਡਰ ਖਤਰਾ ਨਹੀਂ ਹੈ, ਕੋਈ ਡਰਨਾ ਨਹੀਂ ਹੈ। ਕੋਈ ਮੈਂ ਬੰਦੇ ਵੇਖ ਕੋਈ ਸ਼ਾਇਦ ਡਰ ਜਾਂਦੇ। ਉੱਚੀ ਚੜਾਈ ਸੀ ਤੇ ਮੈਂ ਲੰਘਣਾ ਪਿਆ ਤੇ ਉੱਤੋਂ ਕੁੱਤਾ ਵੇਖ ਕੇ ਮੈਨੂੰ ਡਰ ਗਿਆ, ਐਡਾ ਪੈਂਟਰ ਕੁੱਤਾ ਸੀ। ਤੇ ਮੈਂ ਤੁਰੀ ਜਾਵਾਂ ਤੇ ਇੱਕ ਪਿੰਡ ਆਇਆ, ਉੱਥੇ ਮੈਂ ਥੋੜਾ ਜਿਹਾ ਅੱਧਾ ਘੰਟਾ ਮੈਂ ਬੈਠਾ। 3 ਦਾ ਟਾਈਮ ਹੋ ਗਿਆ, ਮੈਂ 9 ਵਜੇ ਤੁਰਨਾ ਸ਼ੁਰੂ ਹੋਇਆ। ਅੱਛਾ। ਤੇ 3 ਦਾ ਜਦੋਂ ਟਾਈਮ ਹੋ ਗਿਆ ਨਾ ਤੇ ਮੈਂ ਉੱਥੇ ਬਹਿ ਗਿਆ, ਸਾਹ ਸੂ ਲਿਆ, ਮੈਂ ਅੱਧਾ ਘੰਟਾ ਲਿਆ ਸਾਹ। ਤੇ ਫਿਰ ਮੈਂ ਤੁਰਨਾ ਸ਼ੁਰੂ ਹੋ ਪਿਆ। ਮੈਂ ਮੰਜ਼ਿਲ ਤੱਕ ਜਿੰਨਾ ਤੱਕ ਪਹੁੰਚਣਾ ਨਹੀਂ ਨਾ, ਖਲੋਣਾ ਨਹੀਂ ਹੈ। ਹਾਫਿਜ਼ ਜੀ ਮੈਂ ਫਿਰ ਜਿਹੜਾ ਨਾ ਤਕਰੀਬਨ 8-9 ਵਜੇ ਜਿਹੜਾ ਨਾ ਮੈਂ ਲੁਧਿਆਣੇ ਸ਼ਹਿਰ ਦੇ ਵਿੱਚ ਆ ਗਿਆ, ਜਿਹੜਾ ਸਲਵੀਨੀਆ ਦਾ ਦਰ ਖਿਲਾਫ ਹੈ। ਬਿਲਕੁਲ, ਲੁਧਿਆਣਾ। ਹਾਂਜੀ, ਮੈਂ ਉੱਥੇ ਆ ਕੇ ਮੈਂ ਛਾਪਰ ਪਾੜੇ, ਮੈਂ ਸੱਟ ਕੇ ਮੈਂ ਉੱਥੇ ਵਾਸ਼ਰੂਮ ਹੀ ਅੱਡਾ ਹੀ ਇੱਕ ਮਸਲਨ ਕਿ ਵਾਸ਼ਰੂਮ, ਉੱਥੇ ਮੈਂ ਗਿਆ, ਉੱਥੇ ਮੈਂ ਕੱਪੜੇ ਸਾਫ਼ ਕੀਤੇ, ਮੂੰਹ ਸ਼ੂ ਧੋਤਾ। 20 ਯੂਰੋ ਹੈ ਹਨ ਮੇਰੀ ਜੇਬ ਦੇ ਵਿੱਚ। ਸ਼ੁਕਰ ਕੰਮ ਆ ਗਿਆ। ਮੈਂ ਉੱਥੇ ਦੁਕਾਨ ਤੇ ਗਿਆ ਤੇ ਹਾਫਿਜ਼ ਜੀ ਜਦੋਂ ਮੈਂ ਦੁਕਾਨ ਤੇ ਗਿਆ ਨਾ ਤੇ ਉੱਥੇ ਜਾ ਕੇ ਮੈਂ ਸਭ ਤੋਂ ਪਹਿਲਾਂ ਬਲਾਲ ਮੁੰਡਾ ਭਰਾ ਹੀ ਹੈ ਸਾਡਾ, ਬਲਾਲ ਬੱਟ ਇਟਲੀ ਹੁੰਦਾ, ਉਹਨੂੰ ਮੈਂ ਫੋਨ ਕੀਤਾ। ਮੈਂ ਇੰਜ ਦੱਸਿਆ, ਮੈਂ ਕਿਹਾ ਮੈਂ ਲੁਧਿਆਣੇ ਆ ਗਿਆ ਵਾਂ। ਅੱਛਾ। ਤੇ ਬਲਾਲ ਨੇ ਆਖਿਆ ਹੁਣ ਅੱਗੋਂ ਇੰਜ ਪਟਰੀ ਚੜ੍ਹਦੀ, ਅੱਗੋਂ ਤੂੰ ਆਉਣਾ ਪੈਣਾ। ਮੈਂ ਕਿਹਾ ਮੈਂ ਤੇ ਮਰ ਗਿਆ, ਹੁਣ ਮੇਰੇ ਕੋਲ ਤੁਰਨ ਨਹੀਂ ਹੋਣਾ ਹੈ। ਤੇ ਮੈਂ ਕਿਹਾ ਚਲੋ ਮੈਂ ਕੁਛ ਕਰਨਾ, ਜ਼ਾਹਰ ਹੁਣ ਕੁਛ ਕਰਨਾ ਪੈਣਾ ਸੀ ਹਾਫਿਜ਼ ਜੀ। ਅੱਛਾ। ਤੇ ਫਿਰ ਉੱਥੋਂ ਮੈਂ ਉਹਨੂੰ ਕਿਸੇ ਕੋਲ ਮੋਬਾਈਲ ਲੈ ਕੀਤਾ? ਹਾਂਜੀ, ਜਿਹੜੀ ਦੁਕਾਨ ਤੇ ਗਿਆ ਹਾਂ, ਜਿਹੜੀ ਉੱਥੇ ਮਾਈ ਹੀ ਬੜੀ ਚੰਗੀ ਸੀ, ਉਹਨੇ ਮੇਰਾ ਫੋਨ ਕਰਾਇਆ ਸੀ। ਤੇ ਉਹਨੂੰ ਹਰੇ ਮੇਰੇ ਵੱਲੋਂ ਵੇਖ ਕੇ ਤਰਸ ਆ ਗਿਆ ਸੀ, ਮਰਿਆ ਸਾਡੇ ਕੀ ਦਾ ਵੀ ਕੁਛ। ਤੇ ਉਹਨੇ ਖਾਣਾ ਵਾਸਤੇ ਸ਼ੈਸ਼ੂ ਦਿੱਤੀ ਸੀ। ਮੈਂ ਫ੍ਰੀ ਵਿੱਚ? ਨਹੀਂ ਪੈਸੇ ਦਿੱਤੇ ਹਾਂ, 20 ਯੂਰੋ ਹੈ ਮੇਰੇ ਕੋਲ। ਤੇ ਫਿਰ ਮੈਂ ਜਿਹੜਾ ਨਾ ਹਾਫਿਜ਼ ਜੀ ਇੱਕ ਤੁਹਾਨੂੰ ਪਤਾ ਜਿਹੜੀਆਂ ਬੱਸਾਂ ਚੱਲਦੀਆਂ ਨੇ ਇੱਥੋਂ ਸਲਵੀਨੀਆ, ਜਿਹੜੀਆਂ ਟੂਰਿਸਟ ਹੁੰਦੀਆਂ ਨੇ, ਮੈਂ ਉਹ ਬੱਸਾਂ ਦੇ ਅੱਡੇ ਤੇ ਗਿਆ ਵਾਂ। 3 ਅੱਲਾ ਦੇ ਬੰਦੇ ਆਏ ਨੇ। ਠੀਕ ਹੈ। ਕੈਂਪ ਕੁੰਪ ਚ ਨਹੀਂ ਗਏ ਬੱਚਿਆਂ ਵਾਲੇ? ਨਹੀਂ, ਮੈਂ ਕੈਂਪ ਕੁੰਪ ਚ ਨਹੀਂ ਮੈਂ ਗਿਆ ਹੈ। ਅੱਛਾ। ਤੇ ਉਹ ਜਿਹੜੇ ਨੇ ਆਏ ਨੇ ਅੱਡੇ ਦੇ ਉੱਤੇ ਆਏ ਨੇ। ਠੀਕ ਹੈ, ਮੈਂ ਬੱਸਾਂ ਵਾਲੇ ਅੱਡੇ ਤੇ ਬੈਠਾ ਤੇ ਉਤੋਂ ਹੁਣ ਟਿਕਟ ਆਉਣੀ ਸੀ ਟੂਰਿਸਟੇ ਦੀ, 12 ਯੂਰੋ ਦੀ ਟਿਕਟ ਸੀ। ਠੀਕ ਹੈ। ਤੇ ਉਹਨਾਂ ਨੂੰ ਮੈਂ ਆਖਿਆ, ਮੈਂ ਕਿਹਾ ਭਾਈ ਯਾਰ ਮੇਰੇ ਕੋਲ ਪੈਸੇ ਲੈ ਲਓ, 3 ਬੰਦੇ ਆਏ ਹਨ ਇਟਲੀ, ਉਹਨਾਂ ਨੇ ਜਾਣਾ ਸੀ ਬੋਸਨੀ ਆਪਣੇ ਭਰਾ ਨੂੰ ਮਿਲਣ। ਅੱਛਾ। ਠੀਕ ਹੈ। ਤੇ ਮੈਂ ਉਹਨਾਂ ਨੂੰ ਕਿਹਾ ਭਾਈ ਜਾਨ ਮੇਰੇ ਕੋਲ ਪੈਸੇ ਲੈ ਲਓ ਤੇ ਮੈਨੂੰ ਟਿਕਟ ਕਰਾ ਦਿਓ ਤੁਸੀਂ ਜਿਹੜਾ ਨਾ ਟੂਰਿਸਟੇ ਦੀ। ਅੱਛਾ। ਤੇ ਉਹਨਾਂ ਕਿਹਾ ਯਾਰ ਅਸੀਂ ਚੱਲੇ ਆ ਤੈਨੂੰ ਟਿਕਟ ਕਰਾ ਦਈਏ, ਅਸੀਂ 2 ਨੰਬਰ ਕੇਸ ਦੇ ਵਿੱਚ ਫੜੇ ਜਾਈਏ। ਫਿਰ ਉਹਨਾਂ ਮਸਲ ਬਾਬਾ ਤਰਲਾ ਮਿੰਨਤ ਉਹਨਾਂ ਦੀ ਕੀਤੀ, ਉਹ ਵੀ ਕੋਲ ਬੈਠੇ ਰਹੇ। ਉਹਨਾਂ ਹੋਟਲ ਬੁੱਕ ਕਰਾਉਣਾ ਸੀ, ਇੱਕ ਰਾਤ ਉਹਨਾਂ ਉੱਥੇ ਰਹਿਣਾ ਸੀ ਤੇ ਫਿਰ ਉਹਨਾਂ ਜਾਣਾ ਸੀ ਪਿਛਾਂ ਬੋਸਨੀਆ। ਅੱਛਾ।
ਫਿਰ ਅੱਲਾ ਨੂੰ ਹੀ ਹੋਰੇ ਉਹਨਾਂ ਨੂੰ ਮੇਰੇ ਵੱਲੋਂ ਵੇਖ ਤਰਸ ਆ ਹੀ ਗਿਆ। ਉਹਨਾਂ ਜਿਹੜਾ ਨਾ ਹਾਫਿਜ਼ ਜਿਹੜਾ ਨਾ ਮੈਨੂੰ ਟਿਕਟ ਕਰਾ ਦਿੱਤੀ 12 ਪੈਸੇ ਮੇਰੇ ਕੋਲ ਹੈ ਹਨ, ਠੀਕ ਹੈ। ਮੈਂ ਉਹਨਾਂ ਨੂੰ ਪੈਸੇ ਦਿੱਤੇ, ਉਹਨਾਂ ਮੈਨੂੰ ਟਿਕਟ ਕਰਾ ਦਿੱਤੀ ਤੇ ਉਹਨਾਂ ਆਖਿਆ ਤੂੰ ਸਾਡਾ ਭਰਾ ਵੇ, ਠੀਕ ਹੈ, ਤੈਨੂੰ ਹੋਰ ਕਿਸੇ ਕਿਸਮ ਦੀ ਇਟਲੀ ਦੇ ਵਿੱਚ ਲੋੜ ਪਵੇ ਤੂੰ ਸਾਡਾ ਨੰਬਰ ਲੈ, ਤੈਨੂੰ ਅਸੀਂ ਉੱਥੇ ਰਿਹਾਇਸ਼ ਦੇ ਵਿੱਚ ਹੀ ਰੱਖਾਂਗੇ, ਕੰਮ ਸ਼ਾਮ ਲਵਾਂਗੇ, ਟੈਨਸ਼ਨ ਨਹੀਂ ਲੈਣੀ ਹੈ। ਤੇ ਫਿਰ ਹਾਫਿਜ਼ ਜਿਹੜਾ ਨਾ ਉਹਨਾਂ ਮੈਨੂੰ ਟਿਕਟ ਕਰਾ ਦਿੱਤੀ। ਮੈਂ ਬੱਸ ਦੇ ਵਿੱਚ ਬੈਠਾ 12 ਵਜੇ ਨਾਲ, ਉਹਨਾਂ ਮੈਨੂੰ ਆਖਿਆ ਤੂੰ 1 ਵਜੇ ਜਿਹੜਾ ਨਾ ਤੂੰ ਟ੍ਰਿਸਟੇ ਪਹੁੰਚ ਜਾਏਗਾ। ਅੱਛਾ, ਮੈਂ ਠੀਕ ਹੋ ਗਿਆ, ਮੈਂ ਉਹਨਾਂ ਨਾਲ ਮਿਲਿਆ, ਮੈਂ ਗੱਡੀ 'ਚ ਬੈਠਾ ਵਾਂ। ਤੇ ਹੁਣ ਮੈਂ ਬਲਾਲ ਭੱਟ ਨੂੰ ਫੋਨ ਕੀਤਾ ਗੋਰੀ ਦੇ ਮੋਬਾਈਲ ਤੋਂ ਨਾ, ਤਾਂ ਉਹਨਾਂ ਬੜੇ ਚੰਗੇ ਸਨ, ਉਹਨਾਂ ਮੈਨੂੰ ਗੱਲ ਬਦਲ ਲਿਆ ਸੀ ਕਿ ਉਹ ਬੋ ਵਾਲੇ ਉਹ ਹੀ ਕੱਪੜੇ ਹਾਂ ਬਸ ਥੋੜੇ ਜਿਹਾ ਸਾਫ਼ ਕੀਤੇ ਹਨ, ਜਿਹੜਾ ਨਾ ਸਾਫ਼ ਕੀਤਾ ਮਹਿਸੂਸ ਨਾ ਹੋਏ ਕਿ ਬੋ ਹੁੰਦੀ ਕੋਲੋਂ ਸਿਰ ਤੇ ਪਾਣੀ ਮਾਰ ਲਿਆ, ਮੂੰਹ ਧੋ ਲਿਆ, ਹੱਥ ਸਾਫ਼ ਕਰ ਲਏ, ਪੈਰ ਸਾਫ਼ ਕਰ ਲਏ। ਅੱਛਾ, ਤੇ ਉੱਥੇ ਮੈਂ ਗੋਰੇ ਦਾ ਮੋਬਾਈਲ ਲਿਆ ਤੇ ਉੱਥੇ ਮੈਂ ਕਾਲ ਕੀਤੀ ਤੇ ਬਲਾਲ ਭੱਟ ਦੇ ਨਾਲ ਮੇਰੀ ਗੱਲ ਹੋਈ। ਬਲਾਲ ਭੱਟ ਨੇ ਮੈਨੂੰ ਆਖਿਆ ਤੂੰ ਜਿਹੜਾ ਨਾ ਇੱਥੇ, ਮੈਂ ਕਿਹਾ ਮੈਂ ਹੁਣ ਬੱਸ 'ਚ ਬਹਿ ਗਿਆ, ਮੈਂ 1 ਵਜੇ ਜਿਹੜਾ ਨਾ ਇਟਲੀ ਪਹੁੰਚ ਜਾਣਾ, ਟ੍ਰਿਸਟੇ ਆ ਜਾਣਾ। ਆਂਦਾ ਤੂੰ ਜਦੋਂ ਉਤਰੇਗਾ ਨਾ ਸਹੀ ਮੈਨੂੰ ਕਾਲ ਮਾਰੀ ਤੇ ਤੇਰੀ ਜ਼ੀਲ ਵੀ ਇਨਸ਼ਾਅੱਲਾ ਅੱਜ ਹੀ ਹੋ ਜਾਏਗੀ। ਮੈਂ ਕਿਹਾ ਚਲੋ ਠੀਕ ਹੋ ਗਿਆ। ਅੱਛਾ, ਜੂ ਹਾਫਿਜ਼ ਜੀ ਬੱਸ ਟ੍ਰਿਸਟੇ ਗਈ ਹੈ, ਅੱਧੇ ਬੰਦੇ ਉਤਰੇ ਨੇ, ਠੀਕ ਹੈ, ਮੈਂ ਨਹੀਂ ਉਤਰਿਆ ਟ੍ਰਿਸਟੇ। ਮੈਂ ਕਿਹਾ ਚਲੋ ਯਾਰ ਹੁਣ ਬੈਠੇ ਆ ਬੱਸ, ਹੁਣ ਗਾਂ ਹੀ ਜਾਣਾ ਇਟਲੀ ਦੇ, ਕਿਹੜਾ ਬਾਹਰ ਨਿਕਲਣਾ ਉਹਨੇ, ਚਲੋ ਹੁਣ ਅੱਗੇ ਜਾ ਅਗਲੇ ਸਟਾਪ ਤੇ ਉਤਰਦਾਂਗੇ ਜਾ ਕੇ। ਤੇ ਮੈਂ ਜਿਹੜਾ ਨਾ ਹਾਫਿਜ਼ ਜੀ ਬੈਠਾ ਰਿਹਾ, ਮੈਂ ਕਿਹਾ ਤੇ ਉਹ ਬੱਸ ਜਿਹੜੀ ਸੀ ਉਹ ਬੱਸ ਵਾਲਿਆਂ ਨੇ ਚੈਕਿੰਗ ਨਹੀਂ ਸੀ ਕੀਤੀ ਜਾਂ ਨਾ ਕੋਈ ਸਲਵੀਨੀਆ ਦਾ ਬਾਰਡਰ ਤੇ ਕੋਈ ਚੀਜ਼ ਨਹੀਂ ਸੀ? ਕੋਈ ਚੈਕਿੰਗ ਚੁਕਿੰਗ ਨਹੀਂ ਹੈ ਹਾਫਿਜ਼ ਜੀ, ਕੋਈ ਚੈਕਿੰਗ ਨਹੀਂ ਹੁੰਦੀ ਹੈ। ਸਿਰਫ ਅਗਲਾ ਡਰਾਈਵਰ ਉਤਰਦਾ, ਉਤਰ ਕੇ ਉਹ ਸਭ ਬੰਦਿਆਂ ਦੀਆਂ ਟਿਕਟਾਂ ਵਹਾਉਂਦਾ ਤੇ ਬੱਸ ਦੱਸਦਾ ਅੰਦਰ ਇੰਨੇ ਬੰਦੇ ਬੈਠੇ ਨੇ। ਅੱਛਾ ਜੀ। ਹਾਂਜੀ, ਕਿਉਂਕਿ ਸਲਵੀਨੀਆ ਤੋਂ ਕੋਈ ਇਟਲੀ ਦੀ ਕੋਈ ਚੈਕਿੰਗ ਨਹੀਂ ਹੈ, ਫ੍ਰੀ ਇਮੀਗ੍ਰੇਸ਼ਨ। ਹਾਂਜੀ, ਫ੍ਰੀ ਇਮੀਗ੍ਰੇਸ਼ਨ ਹੈ। ਅੱਛਾ, ਤੇ ਫਿਰ ਹਾਫਿਜ਼ ਜੀ ਜਿਹੜਾ ਨਾ ਉਹ ਬੱਸ ਜਿਹੜੀ, ਮੈਂ ਚਲੋ ਅਗਲੇ ਸਟਾਪ ਤੇ ਉਤਰਨੇ ਆ, ਉਹ ਬੱਸ ਚੱਲਣੀ ਸ਼ੁਰੂ ਹੋਈ ਹੈ। ਚਲਦੀ ਜਿਹੜਾ ਨਾ ਉਹ ਅੱਗੇ ਆ ਗਈ ਇਮੀਗ੍ਰੇਸ਼ਨ ਜਿਹੜੀ ਚੀਜ਼ ਦੱਸਦੇ ਹੋ ਪਏ, ਜਿੱਥੇ ਮਸਲਨ ਕਿ ਚੈਕਿੰਗ ਕਰਦੇ ਨੇ। ਮੈਂ ਹੁਣ ਉਹ ਡਰਾਈਵਰ ਵੀ ਆਂਦਾ ਪਾਸਪੋਰਟ ਜਿਹੜਾ ਨਾ ਆਪਣੇ ਤੁਸੀਂ ਕੱਢੋ ਬਾਹਰ, ਤੇ ਮੈਂ ਫਟਾਫਟ ਡਰਾਈਵਰ ਨੂੰ ਕਿਹਾ ਮੈਂ ਆਈ ਡੋਂਟ ਹੈਵ ਪਾਸਪੋਰਟ। ਤੇ ਉਹ ਆਂਦਾ ਤੇਰੇ ਕੋਲ ਹੈ ਕੀ ਹੈ? ਮੈਂ ਮੇਰੇ ਕੋਲ ਸਿਰਫ ਟਿਕਟ ਹੈ। ਉਹ ਆਂਦਾ ਜਾ ਬਹਿ ਜਾ ਕੇ ਪਿੱਛੇ। ਮੈਂ ਜਿਹੜਾ ਨਾ ਉੱਥੇ ਬਹਿ ਗਿਆ ਵਾ ਜਾ ਕੇ, ਸਾਰੇ ਇੱਕ ਬੰਦਾ ਕਰਕੇ ਥੱਲੇ ਉਤਰਨੇ ਸ਼ੁਰੂ ਹੋਏ ਨੇ। ਉਹਨਾਂ ਜਿਹੜਾ ਨਾ ਅੱਗੋਂ ਮਸਲਨ ਕਿ ਅੱਗੋਂ ਨਾ ਟਿਕਟ ਪਾਸਪੋਰਟ ਵਹਾਉਂਦੇ ਗਏ ਨੇ। ਉਹ ਪਤਾ ਕੀ ਹੋਣਾ ਸੀ ਹਾਫਿਜ਼ ਜੀ, ਉਹ ਬੱਸ ਜਿਹੜੀ ਸੀ ਇੱਥੋਂ ਜਾਣੀ ਸੀ ਸਲਵੀਨੀਆ ਤੋਂ ਲੁਬਿਆਨਾ ਤੋਂ ਜਾਣੀ ਸੀ ਟ੍ਰਿਸਟੇ, ਸਮੁੰਦਰ ਦੇ ਉੱਤੋਂ ਦੀ ਹੋ ਕੇ ਉਹਨੇ ਫਿਰ ਜਾ ਸਲਵੀਨੀਆ ਦੂਸਰੇ ਸ਼ਹਿਰ 'ਚ ਵੜਨਾ ਹੈ, ਜ਼ੈਗਰਬ ਵਾਲੀ ਸਾਈਡ ਤੇ। ਹਾਂਜੀ, ਉਹ ਫਿਰ ਪੈਂਸਲਵੀਨੀਆ ਨੇ ਵੜਨਾ ਹੈ। ਤੇ ਮੈਂ ਗਿਆ ਵਾਂ ਤੇ ਜਦੋਂ ਮੈਂ ਬੱਸ ਦੇ ਥੱਲੇ ਉਤਰਿਆ ਤੇ ਜਾ ਕੇ ਮੈਂ ਮੈਡਮਾਂ ਦੀ ਪਾਸਪੋਰਟ, ਮੈਂ ਆਈ ਡੋਂਟ ਹੈਵ ਪਾਸਪੋਰਟ। ਹਾਫਿਜ਼ ਜੀ ਉਹਨੇ ਕਿਹਾ ਤੇਰੇ ਕੋਲ ਕੀ, ਉਹਨੇ ਮੈਨੂੰ ਪੁੱਛਿਆ ਤੇਰੇ ਕੋਲ ਕੀ ਹੈ? ਮੈਂ ਉਹਨੂੰ ਬਸ ਟਿਕਟ ਕਾ, ਮੈਂ ਕਿਹਾ ਓਨਲੀ ਦਿਸ। ਇੱਕ ਪੁਲਿਸ ਵਾਲੇ ਨੇ ਇੱਥੋਂ ਮੈਨੂੰ ਫੜਿਆ ਜੀ, ਇੱਕ ਉਤੋਂ ਫੜਿਆ, ਨਹੀਂ ਉੱਥੇ ਜ਼ੈਗਰਬ ਵਾਲੀ ਸਾਈਡ ਨਾਲ। ਅੱਛਾ, ਸਲਵੀਨੀਆ ਵਾਲਿਆਂ ਫੜ ਲਿਆ ਨਾ ਮੈਨੂੰ। ਸਲਵੀਨੀਆ 'ਚ ਮੈਂ ਇਟਲੀ ਗਿਆ ਨਾ। ਅੱਛਾ, ਤੇ ਇਟਲੀ 'ਚੋਂ ਫਿਰ ਜਿਹੜਾ ਨਾ ਮੈਂ ਸਲਵੀਨੀਆ ਵਾਪਸ ਹੋ ਗਈ, ਬਸ ਫਿਰ ਵਾਪਸ ਜਾਣੇ। ਅੱਛਾ, ਸਲਵੀਨੀਆ ਵਾਲੇ ਨੇ ਪਕੜ ਲਿਆ? ਹਾਂਜੀ, ਫਿਰ ਸਲਵੀਨੀਆ ਇਮੀਗ੍ਰੇਸ਼ਨ ਵਾਲਿਆਂ ਮੈਨੂੰ ਫੜ ਲਿਆ ਤੇ ਉਹ ਇੱਕ ਪੁਲਿਸ ਵਾਲੇ ਨੇ ਇੱਧਰੋਂ ਮੈਨੂੰ ਫੜਿਆ, ਇੱਕ ਉੱਧਰੋਂ ਫੜਿਆ। ਤੇ ਮੈਂ ਹੁਣ ਤੇ ਕੰਮ ਖਰਾਬ ਹੋ ਗਿਆ। ਮੈਂ ਹੁਣ ਤੇ ਮੈਂ ਸਲਵੀਨੀਆ ਫੜ ਕੇ ਤਾਂ ਜੀ ਮੈਂ ਆਪਣੀ ਟ੍ਰਿਸਟੇ ਨਹੀਂ ਆਈ ਤੇ ਮੈਂ ਕਿਹਾ ਜੇ ਕੰਮ ਖਰਾਬ ਹੋ ਗਿਆ, ਮਸਲਨ ਮੈਂ ਆਪਣੀ ਉਮਰ ਜਿਹੜੀ ਹੈ ਉੱਥੇ ਮੈਨੂੰ ਉਹਨਾਂ ਬਿਠਾਇਆ। ਇੱਕ ਬਾਬਾ ਸੀ ਮੇਰੇ ਨਾਲ ਗੱਪਸ਼ਪ ਲਾਉਂਦਾ ਰਹਿੰਦਾ, ਤੁਸੀਂ ਕਿੰਝ ਆਉਂਦੇ ਹੋ? ਮੈਂ ਬਾਬਾ ਦੇ ਨਾਲ ਗੱਪਸ਼ਪ ਲਾਈ ਤੇ ਫਿਰ ਪੁਲਿਸ ਵਾਲੇ ਨੇ ਆਖਿਆ ਤੇਰੀ ਟਿਕਟ ਕਿੱਥੋਂ ਲਈ ਹੈ? ਮੈਂ ਉਹਨੂੰ ਫਿਰ ਇੰਗਲਿਸ਼ ਦੇ ਵਿੱਚ ਆਪਣੇ ਕੋਈ ਮਸਲਨ ਟੁੱਟੀ ਭੱਜੀ ਇੰਗਲਿਸ਼ ਸਮਝੂ ਕੇ ਮੈਂ ਉਹਨੂੰ ਦੱਸਿਆ ਕਿ ਮੈਂ ਇੰਝ ਮੁੰਡੇ ਨੂੰ ਮੈਂ ਪੈਸੇ ਦਿੱਤੇ ਨੇ, ਉਹਨੇ ਮੈਨੂੰ ਟਿਕਟ ਕਰਾ ਕੇ ਦਿੱਤੀ ਹੈ। ਉਹਨਾਂ ਆਖਿਆ ਜੇ ਅਗਰ ਤੇਰੀ ਟਿਕਟ ਨਹੀਂ ਹੈ ਇਹਦੇ ਤੋਂ ਤੂੰ ਆਪਣੀ ਅਸਲ ਉਮਰ ਲੈ ਆ। ਮੈਂ ਕਿਹਾ ਹੁਣ ਜੇ ਮੈਂ ਆਪਣੀ ਉਮਰ ਲਿਖੀ ਜ਼ਿਆਦਾ ਤੇ ਮੈਂ ਤਾਂ ਫਸ ਜਾਣਾ। ਮੈਂ ਆਪਣੀ ਉਮਰ ਜਿਹੜੀ ਹਾਫਿਜ਼ ਜੀ ਉਹ ਤੇ 16 ਸਾਲ ਲਿਖੀ। ਉਹਨਾਂ ਇੱਕ ਬੰਦ ਗੱਡੀ ਦੇ ਵਿੱਚ ਬਿਠਾ ਕੇ ਨਾ ਮੈਨੂੰ ਉਹ ਥਾਣੇ ਲੈ ਗਏ ਨੇ, ਸਲਵੀਨੀਆ ਵਿੱਚ ਹੀ। ਹਾਂਜੀ, ਸਲਵੀਨੀਆ ਦੇ ਵਿੱਚ ਉਹ ਮੈਨੂੰ ਥਾਣੇ ਲੈ ਗਏ ਨੇ। ਥਾਣੇ ਜਾ ਕੇ ਤੇ ਫਿਰ ਜਿਹੜਾ ਨਾ ਉੱਥੇ ਤੁਹਾਨੂੰ ਪਤਾ ਇੱਕ ਬਾਬਾ ਵੇ 25 ਸਾਲ ਜਿਹਨੂੰ ਹੋ ਗਏ ਨੇ, ਪਾਕਿਸਤਾਨੀ ਹੈ, ਸਲਵੀਨੀਆ ਦੇ ਵਿੱਚ ਤਰਜਮਾਨ ਹੈ, ਜਿਹਨੂੰ ਹਰ ਬੰਦਾ ਹੀ ਗਾਲ ਕੱਢਦਾ। ਅੱਛਾ, ਸਲਵੀਨੀਆ ਦਾ ਮਸਲਨ ਜਿਹੜਾ ਇੰਟਰਵਿਊ ਫੇਲ ਕਰਦਾ ਬੰਦਿਆਂ ਦਾ, ਜਿਹੜਾ ਇੰਟਰਵਿਊ ਫੇਲ ਕਰਦਾ ਮਸਲਨ ਕਿ ਜਿਹਦੀ ਉਮਰ 16 ਸਾਲ ਹੁੰਦੀ ਉਹਦੀ 18 ਸਾਲ ਲਿਖਦਾ। ਬਸ ਪਤਾ ਨਹੀਂ ਸਾਡੇ ਵੱਲੋਂ ਵੇਖ ਰਹੇ ਉਹਨੂੰ ਤਰਸ ਆਇਆ ਸੀ, ਕੀ ਹੋਇਆ ਸੀ, ਜੋ ਵੀ ਹੋਇਆ ਗੁੱਡ ਲੱਕ ਕੰਮ ਕਰਦੀ ਪਈ ਸੀ ਹਰ ਜਗ੍ਹਾ ਤੇ ਉਹਨੇ ਇੰਟਰਵਿਊ ਲਿਆ। ਉਹਨੇ ਕਿਹਾ ਤੇਰੀ ਟਿਕਟ ਤੂੰ ਕਿੱਥੋਂ ਕਰਾਈ? ਮੈਂ ਸਾਰਾ ਹੀ ਵਾਰਦਾਤ ਦੱਸੀ, ਮੈਂ ਪਿੱਛੋਂ ਇੰਝ ਆਇਆ ਵਾਂ, ਇੰਝ ਮੈਂ ਨਿਖੜ ਗਿਆ ਵਾਂ, ਮੈਂ ਇੰਝ ਤੁਰਦਾ ਰਿਹਾ, ਮਸਲਨ ਕਿ ਮੈਂ ਇੰਝ ਲੁਬਿਆਨੇ ਪਹੁੰਚਿਆ, ਲੁਬਿਆਨੇ ਅੱਗੋਂ ਇੰਝ ਮੇਰੀ ਟਿਕਟ ਹੋਈ। ਮੈਂ ਉੱਥੋਂ ਜਦੋਂ ਲੁਬਿਆਨੇ ਆਇਆ ਨਾ, ਮੈਂ ਗੱਲ ਨਹੀਂ ਦੱਸੀ। ਮੈਂ ਪਿੱਛੇ ਏਜੰਟ ਨੂੰ ਪੈਸੇ ਦਿੱਤੇ ਡਸ ਕੇ, ਮੈਂ ਜਿਹੜਾ ਨਾ ਉਹਨੂੰ 250 ਯੂਰੋ ਮੈਂ ਦਿੱਤਾ ਸੀ ਤੇ ਅੱਗੋਂ ਜਿਹੜਾ ਉਹਨੇ ਮੈਨੂੰ ਟਿਕਟ ਕਰਾ ਕੇ ਦਿੱਤੀ ਸੀ ਇਟਲੀ ਦੀ। ਤੇ ਆਂਦਾ ਏਜੰਟ ਕਿੱਥੇ ਸੀ, ਬੰਦਾ ਕਿੱਥੇ? ਮੈਂ ਕਿਹਾ ਮੈਨੂੰ ਨਹੀਂ ਪਤਾ ਹੈ। ਤੇ ਮੈਂ ਕਿਹਾ ਪਰਚੀ ਮੇਰੀ ਨਹੀਂ ਹੈ। ਉਹਨੇ ਕਿਹਾ ਤੇਰੀ 16 ਸਾਲ ਉਮਰ ਨਹੀਂ ਹੈ। ਮੈਂ ਕਿਹਾ ਮੇਰੀ 16 ਸਾਲ ਉਮਰ ਹੈ। ਤੇ ਉਹਨਾਂ ਪੁਲਿਸ ਵਾਲਿਆਂ ਜਿਹੜਾ ਨਾ ਮੇਰੇ ਫਿੰਗਰ ਲਏ ਨੇ। ਪਹਿਲਾਂ ਇੱਕ ਉਂਗਲ ਦਾ ਫਿੰਗਰ ਲੈਂਦੇ ਨੇ ਕਿ ਬੰਦੇ ਦੇ ਪਹਿਲਾਂ ਪੁਰਾਣੇ ਫਿੰਗਰ ਤੇ ਨਹੀਂ ਹੈ। ਫਿਰ ਉਹਨਾਂ ਮੇਰੇ ਫਿੰਗਰ ਲਏ, ਉਹਨਾਂ ਮੈਨੂੰ ਦੂਸਰੇ ਕੈਂਪ ਦੇ ਵਿੱਚ ਖੜਿਆ ਵੇ, ਉੱਥੇ ਜਾ ਕੇ ਉਹਨੇ ਮੇਰੀ 5 ਉਂਗਲਾਂ ਦੇ ਫਿੰਗਰ ਲਏ ਨੇ। ਉੱਥੇ ਮੈਂ ਤਕਰੀਬਨ 3 ਕੁ ਦਿਨ ਰਿਹਾ। ਅੱਛਾ, ਕੈਂਪ ਦੇ ਵਿੱਚ ਬੱਚਿਆਂ ਵਾਲੇ? ਹਾਂਜੀ, ਬੱਚਿਆਂ ਵਾਲੇ ਕੈਂਪ ਦੇ ਵਿੱਚ। ਤੇ ਉਸ ਤੋਂ ਬਾਅਦ ਫਿਰ ਮੈਂ ਗਿਆ ਵਾਂ ਇੱਕ ਦੂਸਰਾ ਕੈਂਪ ਹੀ, ਓਪਨ ਕੈਂਪ ਜਿਹੜਾ ਹੁੰਦਾ ਹੈ
ਕਰਦੇ ਨੇ ਬੱਚਿਆਂ ਵਾਲੇ ਕੈਂਪ ਦੇ ਵਿੱਚ, ਜਿੱਥੇ ਬੜੀ ਜਿਹੀ ਜਨਤਾ ਹੁੰਦੀ ਹੈ, ਜ਼ਿਆਦਾ ਹੁੰਦੇ ਨੇ। ਉੱਥੇ ਮੈਂ ਗਿਆ ਵਾਂ, ਉੱਥੇ ਤਕਰੀਬਨ ਹਾਫਿਜ਼ ਜੀ ਮੈਂ 25 ਦਿਨ ਰਿਹਾ ਵਾਂ, ਤੇ ਖਾਣ ਪੀਣ ਉੱਥੇ ਠੀਕ ਦਿੰਦੇ ਹਨ। ਤੇ ਟੈਨਸ਼ਨ ਮੈਂ ਲਈ ਨਹੀਂ। ਘਰ ਦੇ ਪਿੱਛੋਂ ਮੈਨੂੰ ਫੋਨ ਕਰਕੇ ਕਹਿੰਦੇ ਨੇ ਪੁੱਤਰ ਤੂੰ ਗਲਤ ਕੀਤਾ। ਘਰ ਜ਼ਾਹਰ ਹੈ ਫਿਰ ਗੁੱਸਾ ਤੇ ਹਰ ਇੱਕ ਨੂੰ ਹੁੰਦਾ ਨਾ, ਜਦੋਂ ਬੰਦਾ ਇਟਲੀ ਗਿਆ ਵੇ, ਬੰਦਾ ਇਟਲੀੋਂ ਫਿਰ ਸਲਵੀਨੀਆ ਤੁਰ ਗਿਆ ਵੇ। ਮੈਨੂੰ ਬਲਾਲ ਭੱਟ ਦੇ ਨਾਲ ਮੇਰੀ ਗੱਲ ਹੋਈ, ਉਹਨੇ ਵੀ ਮੈਨੂੰ ਬੜਾ ਝਿੜਕਿਆ ਨਾ, ਤੇਰਾ ਦਿਮਾਗ ਖਰਾਬ, ਤੂੰ ਬੇਵਕੂਫ ਹੋ ਗਿਆ ਹੈ, ਤੂੰ ਕੀ ਕਿਤੇ ਉਤਰਿਆ ਕਿਉਂ ਨਹੀਂ ਹੈ। ਮੈਂ ਬਸ ਹੁਣ ਕੀ ਕਰਨਾ ਸੀ, ਜੋ ਕਿਸਮਤ ਦੇ ਵਿੱਚ ਹੈ ਹੀ ਹੋਣਾ ਤੇ ਉਹੀ ਹਾਫਿਜ਼ ਜੀ। ਬਿਲਕੁਲ ਇਸ ਤਰ੍ਹਾਂ ਹੀ। ਤੇ ਫਿਰ ਮੇਰਾ ਕੰਮ ਹੀ ਉੱਥੇ ਕੈਂਪ ਦੇ ਵਿੱਚ ਜਿਹੜਾ ਨਾ, ਮੈਂ ਤੇਲ ਮਾਲ ਛੱਡਣਾ, ਕੱਛਾ ਪਾਇਆ ਹੁੰਦਾ ਸੀ, ਤੇਲ ਮਾਲ ਕੇ ਮੈਂ ਗਰਾਊਂਡ ਤੇ ਸੌਂ ਜਾਂਦਾ। ਖਾਣ ਪੀਣ ਉੱਥੇ ਖੁੱਲਾ ਦਿੰਦੇ ਹਨ। ਅੱਛਾ ਜੀ। ਤੇ ਮੈਂ ਹਾਫਿਜ਼ ਜੀ ਤਕਰੀਬਨ ਜਿਹੜਾ ਨਾ ਉੱਥੇ ਮੈਂ 25 ਕੁ ਦਿਨ ਕੱਢੇ ਹਾਂ। ਅੱਛਾ ਠੀਕ। ਉਸ ਤੋਂ ਬਾਅਦ ਉਹਨਾਂ ਸਾਨੂੰ ਜਿਹੜਾ ਨਾ ਬੰਦ ਕੈਂਪ ਇੱਕ ਉੱਥੇ ਸਾਨੂੰ ਖੜਿਆ, ਉੱਥੇ ਜਾ ਕੇ ਨਾ ਉਹੀ ਬਾਬਾ ਫੇਰ ਟੱਕਰਿਆ। ਅੱਛਾ ਹਾਂਜੀ, ਉਹੀ ਬਾਬਾ ਟੱਕਰਿਆ। ਤੇ ਉੱਥੋਂ ਫਿਰ ਜਿਹੜਾ ਨਾ ਉਹਨਾਂ ਸਾਡੇ ਫਿੰਗਰ ਫਿਰ ਮੇਰੇ ਦੁਬਾਰਾ ਨਾ ਫਿੰਗਰ ਲਏ ਨੇ, ਇੰਟਰਵਿਊ ਲਿਆ ਵੇ ਉਹਨਾਂ। ਇੰਟਰਵਿਊ ਲੈ ਕੇ ਤੇ ਫਿਰ ਉਹਨੇ ਕਿਹਾ ਕਿ ਤੈਨੂੰ ਅੱਜ ਜਿਹੜਾ ਨਾ ਕਾਰਡ ਲੱਭ ਜਾਏਗਾ, ਅੱਛਾ ਸਲਵੀਨੀਆ ਦਾ ਕਾਰਡ, ਤੇ ਮਹੀਨੇ ਦਾ ਕਾਰਡ ਹੋਵੇਗਾ, ਤੇ ਮਹੀਨੇ ਤੋਂ ਬਾਅਦ ਤੇਰਾ ਫਿਰ ਇੰਟਰਵਿਊ ਹੋਵੇਗਾ, ਤੇ ਤੈਨੂੰ ਮੁਕੰਮਲ ਕਾਗਜ਼ਾਤ ਉੱਥੇ ਲਿਆਉਣੇ ਪੈਣਗੇ। ਅਗਰ ਤੇਰਾ ਇੰਟਰਵਿਊ ਪਾਸ ਹੋ ਗਿਆ ਤੇ ਫਿਰ ਕੁਝ ਸਾਲ 2 ਦੇ ਵਿੱਚ ਪੇਪਰ ਕਲੀਅਰ ਹੋ ਜਾਣਗੇ ਸਲਵੀਨੀਆ ਦੇ। ਤੇ ਉਹਨਾਂ ਮੈਨੂੰ ਕਾਰਡ ਦਿੱਤਾ। ਮੈਂ 2 ਦਿਨ ਉੱਥੇ ਰਿਹਾ ਹਾਫਿਜ਼ ਜੀ। ਫਿਰ ਮੈਂ ਕੀ ਕੀਤਾ, ਫਿਰ ਉੱਥੋਂ ਹੀ ਜਿਹੜਾ ਨਾ ਮੇਰੇ ਨਾਲ ਮੁੰਡਾ ਅਬਦੁੱਲਾ ਫੈਸਲ, ਉਹ ਹੁਣ ਇੱਥੇ ਬੱਚਿਆਂ ਵਾਲੇ ਕੈਂਪ ਦੇ ਵਿੱਚ ਹੁੰਦਾ, ਇੱਥੇ 4 ਮਹੀਨੇ ਰਹਿ ਕੇ ਗਿਆ ਮੁੰਡਾ। ਅੱਛਾ। ਉੱਥੋਂ ਫਿਰ ਹਾਫਿਜ਼ ਜੀ ਮੈਂ ਉਹੀ ਅੱਡੇ ਤੇ ਆਇਆ ਮੈਂ ਫਿਰ। ਅੱਛਾ। ਉਸੇ ਹੀ ਅੱਡੇ ਤੇ ਆਇਆ ਮੈਂ, ਉੱਥੋਂ ਹੀ ਫਿਰ ਟਿਕਟ ਕਰਾਈ, ਉਹੀ ਟਾਈਮ ਹੀ, ਸਾਰਾ ਕੁਝ ਉਹੀ। ਆਪੇ ਕਰਵਾਈ ਟਿਕਟ ਫਿਰ? ਹਾਂਜੀ। ਫਿਰ ਉਹ ਕਾਰਡ ਤਾਂ ਹੋਣੀ ਨਾ, ਟਿਕਟ ਜ਼ਾਹਰ ਹਾਫਿਜ਼ ਜੀ ਸਲਵੀਨੀਆ ਦਾ ਕਾਰਡ ਲੱਭਾ ਸੀ, ਟਿਕਟ ਕਰਾਓ ਜਿੱਥੇ ਮਰਜ਼ੀ ਜਾਓ। ਬਿਲਕੁਲ ਸਹੀ। ਤੇ ਮੈਂ ਆਪਣੇ ਕਾਰਡ ਤੋਂ ਟਿਕਟ ਕਰਾਈ, ਟਿਕਟ ਕਰਾ ਕੇ ਮੈਂ ਬੱਸ 'ਚ ਬੈਠਾ, ਤੇ ਉਹੀ ਟਾਈਮ ਹੀ ਹਾਫਿਜ਼ ਜੀ ਉੱਥੇ ਹੀ ਜਾ ਕੇ ਬੱਸ ਜਿਹੜੀ ਹੈ ਟ੍ਰਿਸਟੇ, ਮੈਂ ਦੁਬਾਰਾ ਗਲਤੀ ਨਹੀਂ ਕਰਨੀ ਜਿਹੜੀ ਹੁਣ ਗਲਤੀ ਕੀਤੀ ਨਾ। 1.5-2 ਮਹੀਨਾ ਖੱਜਲ ਖਰਾਬ ਹੋ ਗਏ ਹਾਫਿਜ਼ ਜੀ। ਫਿਰ ਉੱਥੋਂ ਮੈਂ ਟ੍ਰਿਸਟੇ ਉਤਰ ਕੇ ਉੱਥੋਂ ਫਿਰ ਮੈਂ ਟਿਕਟਾਂ ਮਾਰਤੀਆਂ। ਬੰਦੇ ਨਾਲ ਗੱਲ ਹੋਈ ਜਾਂਦਾ ਇੱਥੇ ਕੈਂਪ ਬੜਾ ਸਹੀ, ਇੱਥੇ ਆ ਜਾਣਾ। ਤੇ ਫਿਰ ਉੱਥੋਂ ਟਿਕਟਾਂ ਮਾਰੀਆਂ ਨੇ, ਤੇ ਉਹਦੇ ਵਿੱਚ ਆਇਆ। ਉੱਥੋਂ ਅਸੀਂ ਤੁਰਦੇ ਰਹੇ ਹਾਂ, ਤੇ ਫਿਰ ਨਾਲ ਹੀ ਜਿਹੜਾ ਨਾ ਅਸੀਂ 3 ਕੁ ਦਾ ਟਾਈਮ ਹੋਇਆ ਸੀ ਤਕਰੀਬਨ, ਤੇ ਅਸੀਂ ਜਿਹੜਾ ਨਾ ਸੜਕ ਦੇ ਉੱਤੇ ਹੀ ਬੱਸ ਵਾਲੇ ਸਟਾਪ ਤੇ ਸੌਂ ਗਏ ਅਸੀਂ ਕਿ ਜੋ ਸਵੇਰੇ ਕੈਂਪ ਨਹੀਂ ਇੱਥੇ ਕੈਂਪ ਨਹੀਂ ਲੱਭਦਾ ਪਿਆ ਸਾਨੂੰ। जी नाजरीन, ये उमैर जट 786 यू की स्टोरी बड़ी इंटरेस्टिंग सी है। मैंने अभी सिर्फ इसके 2 पार्ट्स बनाए हैं, एक पहला और एक ये लास्ट वाला जो आपने सुना है। तो अगर आपको ये भी पसंद आया तो आपने मुझे ज़रूर बताना है। तो इंशाल्लाह उमैर भाई की सारी दोबारा पाकिस्तान से इन्होंने जो डैंकी लगाई और इटली पहुँचने तक मुकम्मल इनकी डॉक्यूमेंट्री तैयार करेंगे इंशाल्लाह। आपने अपना रिस्पॉन्स जरूर देना है, और उमैर भाई को टिकटॉक पे भी फॉलो जरूर कर लेना है। इनकी बातें बड़ी जबरदस्त है। एक शेर मैं सुनाना चाहना जानती यार। हाँ सुनाओ। हम निकले थे बाहर का ख्वाब लेकर, हम निकले थे बाहर का ख्वाब लेकर, हमें क्या पता था कि बाहर जाकर हमारा घर जाना ही ख्वाब बन जाएगा। बहुत शुक्रिया, थैंक यू उमैर भाई। तो इंशाल्लाह मिलते हैं नई वीडियो में। तो आपने बताना है हमें, तो इसके बाद फिर उमैर भाई जो है वो मेरे साथ वीडियो बनाएंगे, इंशाल्लाह बनाते रहेंगे। तो आपने जो है ना वो जो नए दोस्त आए उन्होंने चैनल सब्सक्राइब कर लें, वीडियो को लाइक करें और बेल आइकन को जरूर प्रेस कर लें ताकि हर नई आने वाली वीडियो अब तक बर वक्त पहुंच सके। इंशाल्लाह मिलते हैं एक और अच्छे व्लॉग में। अल्लाह हाफिज़। उमैर भाई आप वापस फिर चले गए, तो वहाँ पे जब आप गांव में पहुंचे थे आपके दोस्तों वगैरह ने आपको कुछ नहीं कहा था कि यार तू चंगा बंदा है, तो फिर आ गया तेन चाहिए दसे कि निकल जाना? ਅੱਗੇ ਕੀ ਨਿਕਲਣਾ, ਜਦੋਂ ਫਿਰੀ ਟੁਰੀ ਦਾ ਸੀ, ਜਿਹੜਾ ਬੰਦਾ ਵੇਂਦਾ ਸੀ ਮੇਰੇ ਖਾਲਾ ਦਾ ਕਜ਼ਨ ਸੀ, ਤੇ ਮੈਂ ਜਿਹੜਾ ਵੇਂਦਾ ਸੀ ਆਂਦੇ ਨੇ ਯੂਨਾਨ ਵਾਲੇ ਆ ਗਏ ਜੇ, ਯੂਨਾਨ ਵਾਲੇ ਆ ਗਏ ਜੇ। अच्छा। ਤੇ ਕੁਝ ਯਾਰ ਦੋਸਤ ਆਂਦੇ ਆ, ਤੂੰ ਬੜੀਆਂ ਗੱਲਾਂ ਸੁਣਾਉਂਦਾ ਹੈ, ਤੂੰ ਜਾਣਾ ਜੀ ਨਾਜ਼ਰੀਨ, ਉੱਥੇ ਜਾ ਕੇ ਡੇਰੇ ਤੇ ਪੱਠੇ ਛੱਟੇ ਵੱਢ ਗੋਇਆ ਸੁੱਟ ਡੰਗਰਾਂ। ਦੱਸੋ ਜ਼ਰਾ ਜਿਹੜੀ ਪਹਿਲੀ ਵੀਡੀਓ ਚੜੀ ਹੈ ਦੋਸਤੋ, ਤੁਸੀਂ ਵੇਖਿਆ ਆਪਣਾ ਕੀ ਸੂਰਤ ਹਾਲ ਹੈ ਉਹਨਾਂ ਦੀ। ਖਤਮ ਕਰੋ ਭਾਜੀ।